ਹਾਂਜੀ, ਮੈਂ ਇੱਕ ਬੇਨਤੀ ਕੀਤੀ ਸੀ ਆਪਣੇ ਭਰਾਵਾਂ ਨੂੰ ਕਿ ਆਪਾਂ 8 ਵਜੇ, ਕਿਉਂਕਿ ਮੈਂ ਪਹਿਲਾਂ ਟਾਈਮ ਨਹੀਂ ਦੱਸਿਆ ਆਪਣੇ ਵੀਰਾਂ ਨੂੰ, ਥੋੜ੍ਹੀ ਗੱਲਬਾਤ ਹੋਈ, ਕੰਮ ਦਾ ਟਾਈਮ ਸੀ। ਹੁਣ ਥੋੜ੍ਹਾ ਜਿਹਾ ਕੰਮ ਤੋਂ ਵਿਹਲੇ ਹੋਏ ਹਾਂ ਅਤੇ ਮੈਂ ਆਪਣੇ ਵੀਰਾਂ ਨੂੰ ਬੇਨਤੀ ਕਰਦਾ ਕਿ ਆਪਾਂ ਸਿੱਖ ਹੈਗੇ ਹਾਂ ਅਤੇ ਗੁਰੂ ਗ੍ਰੰਥ ਸਾਹਿਬ ਤੋਂ ਹੀ ਸਿੱਖਦੇ ਹਾਂ। ਜਿਹੜਾ ਵੀ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਨੂੰ ਲੈ ਕੇ ਚੱਲਦਾ ਸਮਝਦਾ ਹੈ, ਉਹ ਸਾਡਾ ਭਰਾ ਆ। ਇਹ ਸਾਡਾ ਗੁਰੂ ਸਾਨੂੰ ਕਹਿੰਦਾ ਹੈ। ਆਪਾਂ ਸਮਝਣਾ ਇਹ ਆ ਵੀ ਜੇ ਗੁਰੂ ਸਾਹਿਬਾਨਾਂ ਨੇ ਸਿੱਖ ਧਰਮ ਚਲਾਇਆ, ਸਿੱਖ ਮਿਸ਼ਨ ਚਲਾਇਆ, ਤੇ ਉਹ ਕਿਉਂ ਚਲਾਇਆ। ਇਸ ਕਰਕੇ ਆਪਾਂ ਬੜੇ ਪਿਆਰ ਦੇ ਨਾਲ ਇਹ ਗੱਲਬਾਤ ਸਮਝਣੀ ਹੈ। ਮੈਂ ਤੁਹਾਡੇ ਤੋਂ ਕਾਫੀ ਕੁਝ ਸਿੱਖਣਾ ਹੈ। ਜਿਹੜੀ ਗੱਲ ਨਹੀਂ ਪਤਾ ਹੋਊਗੀ ਉਹਦੇ ਬਾਰੇ ਵਿਚਾਰ ਕਰਾਂਗੇ, ਸਿੱਖਾਂਗੇ। ਕੋਈ ਰੋਸ ਹੋਵੇ ਉਹ ਵੀ ਬੰਦਾ ਮੈਨੂੰ ਵੀਰ ਕਹਿ ਸਕਦਾ ਹੈ ਕਿ ਜੇ ਕਿਸੇ ਨੂੰ ਕੋਈ ਨਹੀਂ ਵੀ ਗੱਲ ਚੰਗੀ ਲੱਗਦੀ, ਮੈਂ ਪਹਿਲੇ ਮਾफ़ੀ ਚਾਹੁੰਦਾ ਹਾਂ। ਪਰ ਮੈਂ ਕੋਸ਼ਿਸ਼ ਕਰੂੰਗਾ ਕਿ ਜਿੰਨੀ ਕੁ ਸਿੱਖੀ ਹੈ ਗੁਰੂ ਦੇ ਸਿਧਾਂਤ ਤੋਂ, ਉਹ ਆਪਣੇ ਭਰਾਵਾਂ ਨਾਲ ਸਾਂਝੀ ਪਾਈਏ, ਕਿ ਇਹ ਦੇਖੀਏ ਵੀ ਇਹ ਜਿਹੜਾ ਸਿੱਖ ਮਿਸ਼ਨ ਸੀਗਾ ਇਹ ਕਿਉਂ ਚਲਾਇਆ ਗਿਆ। ਕਿ ਜਿਹੜੇ ਪਹਿਲਾਂ ਮੰਦਰ, ਗੁਰਦੁਆਰੇ, ਧਰਮ ਸਥਾਨ ਸੀਗੇ ਦੁਨੀਆ ਦੇ ਉੱਤੇ, ਪਹਿਲਾਂ ਵੀ ਤਾਂ ਪੂਜਾ ਸਥਾਨ ਸੀਗੇ ਹੀ। ਰੱਬ ਦਾ ਨਾਂ ਤਾਂ ਦੁਨੀਆ 'ਤੇ ਪਹਿਲਾਂ ਵੀ ਲਿਆ ਜਾਂਦਾ ਸੀਗਾ। ਅਤੇ ਬਾਣੀ ਕਹਿ ਰਹੀ ਹੈ, ਰਾਮ ਰਾਮ ਕਰਤਾ ਸਭ ਜਗ ਫਿਰੇ, ਰਾਮ ਨਾ ਪਾਇਆ ਜਾਏ। ਉਹ ਕਿਹਨਾਂ ਲੋਕਾਂ ਨੂੰ ਕਹਿ ਰਹੇ ਆ? ਜਿਹੜੇ ਲੋਕ ਰਾਮ ਦੇ ਨਾਂ 'ਤੇ ਦੁਨੀਆ ਨੂੰ ਠੱਗਦੇ ਸੀ, ਗੁੰਮਰਾਹ ਕਰਦੇ ਸੀ, ਜਿਨ੍ਹਾਂ ਲੋਕਾਂ ਨੇ ਇੱਕ ਇੱਦਾਂ ਦੀ ਵਰਣ ਵਿਵਸਥਾ ਬਣਾ ਦਿੱਤੀ ਸੀ ਕਿ ਕੁਛ ਲੋਕ ਹੀ ਪੜ੍ਹ ਸਕਦੇ ਸੀ, ਕੁਛ ਲੋਕ ਕਾਇ ਪੜ੍ਹ ਸਕਦੇ ਸੀ, ਜਿਨ੍ਹਾਂ ਨੂੰ ਰੱਬ ਦਾ ਨਾਂ ਲੈਣ ਦੀ ਤਾਂ ਬੜੀ ਦੂਰ ਦੀ ਗੱਲ, ਮੰਦਰ ਜਾਂ ਕਿਸੇ ਮਸੀਤੇ ਜਾਣ ਦੀ ਵੀ ਇਜਾਜ਼ਤ ਨਹੀਂ ਸੀ, ਧਰਮ ਸਥਾਨ 'ਤੇ ਵੀ ਜਾਣ ਦੀ ਇਜਾਜ਼ਤ ਨਹੀਂ ਸੀ। ਇਹ ਵਰਣ ਵਿਵਸਥਾ ਭਾਰਤ ਦੀ ਧਰਤੀ 'ਤੇ ਸੀਗੀ। ਉਹ ਬਾਹਰੋਂ ਲੋਕ ਜਿਹੜੇ ਆਏ, ਉਹਨਾਂ ਨੇ ਇਹ ਵਿਵਸਥਾ ਇੱਥੇ ਕਾਇਮ ਕੀਤੀ। ਪਹਿਲਾਂ ਵੀ ਬਹੁਤ ਕੋਸ਼ਿਸ਼ਾਂ ਹੋਈਆਂ। ਗੁਰੂ ਸਾਹਿਬਾਂ ਨੇ ਤਵੇ ਗੁਰਬਾਣੀ 'ਚ ਵੀ ਕਿਹਾ ਕਿ ਅੱਵਲ ਅੱਲਾ ਨੂਰ ਪਾਇਆ, ਕੁਦਰਤ ਦੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੌਣ ਮੰਦੇ। ਹੁਣ ਗੁਰੂ ਸਾਹਿਬ ਤੇ ਅੱਲਾ ਦੀ ਗੱਲ ਕਰਦੇ ਆ, ਤੇ ਉਸ ਲਈ ਇਸਲਾਮ ਧਰਮ ਵੀ ਹੈਗਾ। ਹੁਣ ਚਾਹੇ ਇਸ ਗੱਲ ਨੂੰ ਸਮਝਣ ਲਈ ਸਾਨੂੰ ਪਹਿਲਾਂ ਤਾਂ ਸਿੱਖ ਬਣਨਾ ਪੈਣਾ ਹੈ, ਕਿਉਂਕਿ ਗੁਰੂ ਸਾਹਿਬਾਂ ਨੇ ਦੇਖਿਆ ਵੀ ਜਿਹੜਾ ਗਿਆਨ ਵਾ ਇਹ ਤਾਂ ਇੱਕ ਜਿਹੜਾ ਵਰਣ ਵਾ ਉਹਨੇ ਉੱਤੇ ਕਬਜ਼ਾ ਕੀਤਾ ਆ, ਉਹ ਤਾਂ ਕਿਸੇ ਨੂੰ ਲਾਗੇ ਨਹੀਂ ਲੱਗਣ ਦਿੰਦਾ। ਉਹ ਮੁੱਲੇ ਮਸਾਣੇ ਜਿਹੜੇ ਪੁਜਾਰੀ ਸੀਗੇ, ਉਹ ਰੱਬ ਦੇ ਨਾਂ 'ਤੇ ਠੱਗਦੇ ਸੀਗੇ। ਬਾਣੀ 'ਚ ਬਹੁਤ ਪ੍ਰਮਾਣ ਨੇ, ਜਿਹੜੇ ਬਾਣੀ ਪੜ੍ਹਦੇ ਉਹਨਾਂ ਨੂੰ ਪਤਾ ਹੈ। ਮਹਾਰਾਜ ਕਹਿੰਦੇ ਪੰਡਿਤ ਮੁੱਲਾ ਜੋ ਲਿਖ ਦਿਆ ਛਾੜ ਚਲੇ ਹਮ ਕੁਛ ਨਾ ਲਿਆ। ਮਹਾਰਾਜ ਨੇ ਉਹਦੀਆਂ ਜਿਹੜੀਆਂ ਵਿਚਾਰਧਾਰਾਵਾਂ ਸੀਗੀਆਂ ਉਹ ਛੱਡ ਦਿੱਤੀਆਂ। ਮਹਾਰਾਜ ਉਹ ਜਗ੍ਹਾਵਾਂ 'ਤੇ ਗਏ ਜਿੱਥੇ ਬਹੁਤ ਜ਼ਿਆਦਾ ਮਾਨਤਾ ਸੀ। ਅੱਜ ਵੀ ਹੋਈ ਉਹਨਾਂ ਸਥਾਨਾਂ 'ਤੇ ਹੈਗੀ ਹੈ, ਪਰ ਗੁਰੂ ਸਾਹਿਬ ਨੇ ਉਹਨਾਂ ਜਗ੍ਹਾ ਨੂੰ ਕੰਡੈਮ ਕੀਤਾ ਹੈ। ਉਹ ਮੱਕੇ ਗਏ, ਕਾਬੇ ਨੂੰ ਕੰਡੈਮ ਕਰ ਰਹੇ ਆ। ਉਹ ਆਪਣੇ ਜਗਨਨਾਥਪੁਰੀ ਗਏ। ਹੁਣ ਤੁਸੀਂ ਆਪਣੇ ਗੁਰੂ ਸਾਹਿਬਾਨਾਂ ਦਾ ਜੀਵਨ ਪੜ੍ਹੋ। ਬਾਬਾ ਨਾਨਕ, ਮੈਂ ਕਿਸੇ ਵੀ ਰਹਿਬਰ ਦਾ ਨਾਂ ਲਊਂਗਾ, ਉਹਨਾਂ ਦਾ ਜੀਵਨ ਤੋਂ ਹੀ ਪਤਾ ਲੱਗ ਜਾਂਦਾ ਸੀ ਕਿ ਉਹ ਕਿਸ ਚੀਜ਼ ਦੇ ਉੱਤੇ ਜਿਹੜਾ ਉਹ ਕੰਮ ਕਰ ਰਹੇ ਸੀ, ਸਿਸਟਮ ਨੂੰ ਕਿਉਂ ਚੈਲੰਜ ਕਰ ਰਹੇ ਸੀ। ਇਹ ਮਨੂਵਾਦੀ ਸਿਸਟਮ ਨੂੰ ਚੈਲੰਜ ਕਿਉਂ ਕੀਤਾ ਗਿਆ। ਸਿੱਖਣ ਦਾ ਧਰਮ ਬਣਾਇਆ ਗਿਆ ਸਾਡੇ ਲੋਕਾਂ ਦਾ, ਕਿ ਸਾਨੂੰ ਜਾਣੀ ਅਨਪੜ੍ਹ ਰਹਿ ਕੇ ਦੂਜਿਆਂ ਵਰਨਾਂ ਦੀ ਸੇਵਾ ਕਰਨ ਲਈ ਬਣਾਇਆ ਗਿਆ ਸੀ। ਹੁਣ ਬਾਬਾ ਨਾਨਕ ਜੇ ਉਹਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਉਹ ਤਾਂ ਖੱਤਰੀ ਘਰ ਦੇ ਵਿੱਚ ਜਨਮ ਲੈਂਦਾ ਹੈ, ਪਰ ਇਨਸਾਨ ਉਹੀ ਹੈ ਜੋ ਇਨਸਾਨੀਅਤ ਲਈ ਜੀਵੇ। ਹੁਣ ਸਾਡੇ ਜਿਹੜੇ ਲੋਕ ਨੇ, ਉਹਨਾਂ ਨੇ ਇਹ ਨਹੀਂ ਸਮਝਿਆ ਵੀ ਗੁਰੂ ਸਾਹਿਬ ਸਾਨੂੰ ਕਹਿ ਰਹੇ ਵੀ ਤੁਸੀਂ ਵੀ ਉਹ ਕੰਮ ਕਰਨੇ ਆ ਜੋ ਅਸੀਂ ਕੀਤੇ। ਖਾਲਸਾ ਮੇਰਾ ਰੂਪ ਹੈ ਖਾਸ, ਖਾਲਸੇ में मैं करूँ निवास। ਮਹਾਰਾਜ ਕਹਿੰਦੇ ਜਬ ਲਗ ਖਾਲਸਾ ਰਹੇ ਨਿਆਰਾ, ਤਬ ਲਗ ਤੇਜ ਦਿਉ ਮੈਂ ਸਾਰਾ, ਜਬ ਗਹੇ ਵਿਪਰਨ ਕੀ ਰੀਤ, ਮੈਂ ਨਾ ਕਰੂੰ ਇਨਕੀ ਪ੍ਰਤੀਤ। ਹੁਣ ਗੁਰੂ ਗੋਬਿੰਦ ਸਿੰਘ ਜੀ ਖੁਦ ਇਹ ਕਹਿ ਰਿਹਾ ਵੀ ਮੇਰੇ ਵਾਲੇ ਕੰਮ ਕਰਨੇ ਆ, ਉਹ ਬ੍ਰਾਹਮਣੀ ਰੀਤ ਨਹੀਂ ਕਰਨੀ, ਪਰ ਅਸੀਂ ਉਹ ਛੱਡੀ ਨਹੀਂ। ਇਹ ਸਾਨੂੰ ਸਮਝਣਾ ਪੈਣਾ ਹੈ। ਮੇਰੀਆਂ ਜਿਹੜੀਆਂ ਵਿਚਾਰਾਂ ਆਪਣੇ ਮੈਂ ਵੀਰਾਂ ਨਾਲ ਕਰਦਾ, ਇਹ ਪੁਜਾਰੀਆਂ ਨੂੰ ਨਹੀਂ ਚੰਗੀਆਂ ਲੱਗਣੀਆਂ।
ਜਦੋਂ ਗੁਰੂ ਸਾਹਿਬਾਂ ਨੇ ਇਹਨਾਂ ਚੀਜ਼ਾਂ ਨੂੰ ਕੰਡੈਮ ਕੀਤਾ ਤਾਂ ਗੁਰੂ ਸਾਹਿਬਾਂ ਨੂੰ ਵੀ ਬਹੁਤ ਮੰਦਾ ਚੰਗਾ ਬੋਲਿਆ ਗਿਆ, ਉਹਨਾਂ ਨੂੰ ਸਜ਼ਾਵਾਂ ਵੀ ਦਿੱਤੀਆਂ ਗਈਆਂ। ਪਰ ਗੁਰੂ ਸਾਹਿਬਾਂ ਨੇ ਇਹ ਜਿਹੜਾ ਸਿਧਾਂਤ ਸੀ ਨਾ ਉਹ ਗਾਹਾਂ ਤੋਂ ਗਾਹਾਂ ਪਹੁੰਚਾਉਣਾ ਸ਼ੁਰੂ ਕੀਤਾ। ਜਿਹੜੇ ਸਿਸਟਮ ਨਾਲ ਵੀ ਉਹਨਾਂ ਨੇ ਪਹੁੰਚਾਇਆ, ਆਪਾਂ ਇਹਨੂੰ ਸਮਝਣਾ ਤਾਂ ਸਾਨੂੰ ਪਤਾ ਲੱਗਣਾ ਹੈ ਅੱਜ ਜਿਹੜਾ ਸਾਡੇ ਅੰਦਰ ਦੂਰੀ ਪਈ ਉਹ ਹੈ। ਹਾਂਜੀ ਵੀਰੋ, ਮਾਫੀ ਚਾਹੁੰਦਾ, ਵਿੱਚ ਫੋਨ ਆ ਗਿਆ। ਗੱਲ ਹੈਗੀ ਆ ਉਹ ਵਰਨ ਵਿਵਸਥਾ ਨੂੰ ਚੈਲੰਜ ਕਰਨ ਦੀ। ਹੁਣ ਤੁਸੀਂ ਦੇਖੋ, ਜਾਤਾਂ ਪਾਤਾਂ ਜਿਹੜੀਆਂ ਸ਼ੂਦਰ ਸਮਾਜ ਦੀਆਂ ਉਹਨੇ ਜਾਤਾਂ ਬਣਾਈਆਂ, ਚਮਾਰ, ਜਲਾਹੇ, ਝੀਰ, ਕਾਫੀ ਜਾਤਾਂ ਉਹਨੇ ਬਣਾਤੀਆਂ। ਉਹਨਾਂ 'ਚੋਂ ਸਾਡੇ ਰਹਿਬਰ ਹੋਏ ਨੇ, ਉਹ ਵੱਖਰੀਆਂ ਵੱਖਰੀਆਂ ਜਗ੍ਹਾਵਾਂ ਤੋਂ ਹੋਏ ਨੇ। ਇਹ ਚੀਜ਼ਾਂ ਨੂੰ ਤਾਂ ਸਾਨੂੰ ਮੰਨਣਾ ਹੀ ਪੈਣਾ। ਜਦੋਂ ਅਸੀਂ ਆਪਣੇ ਰਹਿਬਰਾਂ ਨੂੰ ਜਾਣੂਗੇ ਸਾਨੂੰ ਪਤਾ ਲੱਗਣਾ ਵੀ ਉਹ ਕਿੱਥੋਂ ਹੋਏ ਆ। ਪਰ ਅਸੀਂ ਕੀ ਕੀਤਾ? ਅਸੀਂ ਗੁਰੂ ਦੇ ਸਿਧਾਂਤ ਨੂੰ ਛੱਡਿਆ। ਇਹ ਗੁਰੂ ਦੇ ਸਮੇਂ ਵੀ ਹੋਇਆ। ਗੁਰੂ ਸਾਹਿਬਾਨਾਂ ਦੇ ਸਮੇਂ ਵੀ ਜਿਹੜੇ ਲੋਕ ਉਹਨਾਂ ਦੇ ਨਾਲ ਨਹੀਂ ਤੁਰੇ, ਗੁਰੂ ਦੀ ਗੱਲ ਨਹੀਂ ਸਮਝੇ, ਜਦੋਂ ਗੁਰੂ ਸਾਹਿਬ ਨੇ ਸੱਚ ਨੂੰ ਅੱਗੇ ਲਿਆਂਦਾ ਤਾਂ ਜਿਨ੍ਹਾਂ ਨੇ ਮਾਨਤਾਵਾਂ ਬਣਾਈਆਂ ਸੀ ਵੀ ਆਹ ਵਾ ਇਸ ਚੀਜ਼ 'ਚ ਰੱਬ ਵਾ, ਇਸ ਜਗ੍ਹਾ ਤੇ ਰੱਬ ਆ, ਉਹ ਗੁਰੂ ਸਾਹਿਬ ਨੂੰ ਗਲਤ ਕਹਿਣ ਲੱਗ ਪਏ। ਗੁਰੂ ਸਾਹਿਬਾਂ ਦੇ ਪੁੱਤਰਾਂ ਨੇ ਵੀ ਕਹਿਣਾ ਨਹੀਂ ਮੰਨਿਆ। ਪਰ ਗੁਰੂ ਸਾਹਿਬ ਕੋਲ ਇੱਕ ਸਿਲੈਕਸ਼ਨ ਸੀਗੀ, ਉਹ ਸਿਲੈਕਟ ਕਰਦੇ ਸੀਗੇ ਕਿ ਆਹ ਪਰਸਨ ਜਿਹੜੀ ਹੈ ਇਹ ਅੱਗੇ ਗਾਹਾਂ ਮਿਸ਼ਨ ਨੂੰ ਲੈ ਜਾ ਸਕਦੀ ਹੈ। ਭਾਈ ਲਹਿਣਾ ਜੀ ਉਹਨਾਂ ਨੇ ਪੜ੍ਹਾਉਣਾ ਸ਼ੁਰੂ ਕਰਤਾ, ਮੱਲ ਅਖਾੜੇ, ਕਿਉਂਕਿ ਦੋ ਹੀ ਚੀਜ਼ਾਂ ਤੋਂ ਸਾਨੂੰ ਵਾਂਝੇ ਰੱਖਿਆ ਗਿਆ ਸੀ। ਸਾਡੇ ਲੋਕਾਂ ਨੂੰ ਪ੍ਰਸ਼ਾਦਾ ਪਾਣੀ ਨਹੀਂ ਸੀ ਮਿਲਦਾ। ਗੁਰੂ ਸਾਹਿਬ ਨੇ ਲੰਗਰ ਦੀ ਪ੍ਰਥਾ ਸ਼ੁਰੂ ਕਰਤੀ, ਸੰਗਤ ਤੇ ਪੰਗਤ, ਕਿ ਕਿਸੇ ਤਰੀਕੇ ਨਾਲ ਦੂਰੀਆਂ ਖਤਮ ਹੋਣ। ਇਹ ਮਿਸ਼ਨ ਨੂੰ ਤਾਂ ਉਹ ਪੜ੍ਹ ਚੁੱਕੇ ਸੀ, ਸਮਝ ਚੁੱਕੇ ਸੀ, ਕਿਉਂਕਿ ਜਿੰਨੇ ਵੀ ਰਹਿਬਰ ਹੋਏ, ਸਤਿਗੁਰੂ ਰਵਿਦਾਸ ਜੀ ਹੋਏ, ਸਤਿਗੁਰੂ ਕਬੀਰ ਜੀ ਹੋਏ, ਉਹ ਸੰਘਰਸ਼ ਤਾਂ ਬਾਬੇ ਫਰੀਦ ਨੇ ਛੇੜ ਦਿੱਤਾ ਸੀ 12ਵੀਂ ਸਦੀ 'ਚ। ਹੁਣ ਅਸੀਂ ਇਹ ਸਮਝਣਾ ਸੀ ਵੀ ਇਹ ਸੰਘਰਸ਼ ਜਿਹੜਾ ਕਿਹਦੇ ਵਿਰੁੱਧ ਸੀ? ਇਹ ਸੰਘਰਸ਼ ਸੀਗਾ ਉਸ ਮਨੂਵਾਦੀ ਸਿਸਟਮ ਦੇ ਖਿਲਾਫ ਜੋ ਮਾਨਵਤਾ ਦੇ ਵਿੱਚ ਵੰਡੀਆਂ ਪਾਉਂਦਾ ਸੀ, ਮਨੁੱਖਤਾ ਦੇ ਵਿੱਚ ਵੰਡੀਆਂ ਪਾਉਂਦਾ ਸੀ। ਦੇਖੋ, ਜਾਨਵਰਾਂ ਦੀਆਂ ਪ੍ਰਜਾਤੀਆਂ ਹੁੰਦੀਆਂ ਆ, ਸ਼ੇਰਾਂ ਦੀਆਂ ਅਨੇਕ ਸ਼ੇਰ ਸ਼ੇਰੇ ਰਹਿਣੇ ਆ, ਤੁਸੀਂ ਘੋੜੇ ਦੀਆਂ ਘੋੜੇ ਹੀ ਰਹਿਣੇ ਆ। ਉਹ ਆਪਣੇ ਪ੍ਰਜਾਤੀ 'ਚ ਰਲ ਕੇ ਰਹਿੰਦੇ ਆ, ਇਨਸਾਨ ਨਹੀਂ ਰਹਿੰਦੇ। ਭਾਰਤ ਦੇ ਵਿੱਚ ਇਨਸਾਨਾਂ ਦੀਆਂ ਕਿਸਮਾਂ ਬਣਾ ਦਿੱਤੀਆਂ ਗਈਆਂ, ਜਦ ਕਿ ਉਸ ਪ੍ਰਮਾਤਮਾ ਨੇ, ਉਸ ਗੋਡ ਨੇ, ਉਸ ਰੱਬ ਨੇ, ਉਸ ਅੱਲਾ ਨੇ, ਉਸ ਕੁਦਰਤ ਨੇ ਫਰਕ ਨਹੀਂ ਕੀਤਾ। ਇੱਥੋਂ ਤੱਕ ਕਿ ਸਾਨੂੰ ਇੱਕ ਦੂਜੇ ਦੀ ਜ਼ਰੂਰਤ ਪਾਈ। ਜਿਹੜਾ ਸਾਡਾ ਬਲੱਡ ਗਰੁੱਪ ਆ, ਜਿਸ ਕੁੱਖ 'ਚੋਂ ਅਸੀਂ ਜਨਮ ਲਿਆ, ਉਸ ਮਾਂ ਨਾਲ ਨਹੀਂ ਮਿਲਦਾ, ਸਾਡਾ ਕਿਸੇ ਹੋਰ ਪਰਸਨ ਨਾਲ ਮਿਲ ਜਾਂਦਾ ਹੈ, ਕਿਉਂਕਿ ਅਸੀਂ ਇੱਕ ਪਿਤਾ ਇੱਕ ਸਕੇ ਹਮ ਬਾਰਕ। ਪਰ ਅਸੀਂ ਇੱਕ ਦੀ ਗੱਲ ਰੋਜ਼ ਕਰਦੇ ਹਾਂ, ਸ਼ੁਰੂ ਇੱਕ ਤੋਂ ਕਰਦੇ ਹਾਂ, ਪਰ ਇੱਕ ਤੇ ਕੰਮ ਤਾਂ ਕਦੇ ਕੀਤਾ ਹੀ ਨਹੀਂ। ਕਦੇ ਵੀ ਅਸੀਂ ਇੱਕ ਤੇ ਕੰਮ ਕੀਤਾ ਹੀ ਨਹੀਂ ਅੱਜ ਤੱਕ। ਕੱਲ ਰੋਜ਼ ਇੱਕ ਤੋਂ ਸ਼ੁਰੂ ਕਰਦੇ ਹਾਂ। ਜਦੋਂ ਵੀ ਬਾਣੀ ਦਾ ਗੁਟਕਾ ਖੋਲਦੇ ਹਾਂ, ਫਤਿਹ ਬੁਲਾਉਂਦੇ ਹਾਂ, ਇੱਕ ਓਅੰਕਾਰ ਕਹਿੰਦੇ, ਗੱਲ ਇੱਕ ਤੋਂ। ਪਰ ਜਦੋਂ ਪੜ੍ਹ ਕੇ ਹਟਦੇ ਹਾਂ, ਮੁੜ ਕੇ ਫੇਰ ਦੂਜ ਸ਼ੁਰੂ। ਗੁਰੂ ਸਾਹਿਬਾਨਾਂ ਨੇ ਸਾਨੂੰ ਸੱਚ ਨਾਲ ਜੋੜਿਆ ਸੀ। ਜਿਹੜੇ ਰਾਈਟ ਖੋਏ ਗਏ ਸੀ ਉਹਨਾਂ ਦੇ ਲਈ ਉਹਨਾਂ ਨੇ ਸੰਘਰਸ਼ ਕੀਤਾ। ਗੁਰੂ ਅਰਜਨ ਦੇਵ ਜੀ ਨੇ ਉਹ ਚੀਜ਼ਾਂ ਲਾਗੂ ਕਰ ਦਿੱਤੀਆਂ, ਸਰੋਵਰ ਬੌਲੀਆਂ ਬਣਾ ਕੇ ਤੇ ਦਵਾਖਾਨੇ ਖੋਲ ਕੇ, ਤੇ ਸਾਰੇ ਜਿੰਨੇ ਵੀ ਰਹਿਬਰ ਉਹਨਾਂ ਦੀਆਂ ਬਾਣੀਆਂ ਇੱਕ ਥਾਂ ਇਕੱਠੀਆਂ ਕਰਕੇ, ਤਾਂ ਉਹ ਚੈਲੰਜ ਦੇ ਦਿੱਤਾ ਉਹਦੀ ਵਿਵਸਥਾ ਨੂੰ। ਮੁੱਲੇ ਮਸਾਣੇ ਪੁਜਾਰੀ ਪੰਡਤ ਉਹਨਾਂ ਨੇ ਕੰਨ ਭਰੇ। ਉਸ ਵੇਲੇ ਉਹ ਸਾਰੇ ਰਲ ਗਏ ਔਰ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਉਹਨਾਂ ਨੂੰ ਜਿੱਦਾਂ ਸ਼ਹਾਦਤ ਦੇਣੀ ਪਈ ਉਸ ਸੱਚ ਲਈ। ਹੁਣ ਇਹ ਸਿੱਖ ਮਿਸ਼ਨ ਕਿਹਨੂੰ ਯਾਦ ਕਰਨ ਲਈ ਬਣ ਰਿਹਾ ਹੈ? ਕਿਹਨਾਂ ਲੋਕਾਂ ਨੂੰ ਬਰਾਬਰਤਾ ਦਾ ਅਧਿਕਾਰ ਨਹੀਂ ਸੀ, ਸਰੋਵਰਾਂ ਤੇ ਕੀ ਨਹਾਉਣ ਦਾ ਅਧਿਕਾਰ ਨਹੀਂ ਸੀ, ਖੂਹਾਂ ਤੇ ਚੜ੍ਹ ਨਹੀਂ ਸੀ ਦਿੱਤਾ ਜਾਂਦਾ, ਇਲਾਜ ਨਹੀਂ ਸੀ ਕੀਤਾ ਜਾਂਦਾ, ਲੋਕਾਂ ਨੂੰ ਮਰਿਓ ਜਾਨਵਰ ਖਾਣ ਤੇ ਮਜਬੂਰ ਕੀਤਾ ਗਿਆ। ਗੁਰੂ ਸਾਹਿਬਾਨਾਂ ਨੇ ਸੱਚ ਦੇ ਉੱਤੇ ਜਿਹੜਾ ਸੰਘਰਸ਼ ਲੜਿਆ। ਹੁਣ ਮੇਰੇ ਵੀਰ ਇਹ ਸਮਝ ਲੈਣ, ਜੇ ਜਿਹੜੇ ਸਿੱਖ ਭਰਾ ਆ ਨਾ, ਜਿਹੜੇ ਆਪਾਂ ਨੂੰ ਇੱਕ ਉੱਚੀ ਜਾਤ ਸਮਝਦੇ ਆ ਆਪਾਂ ਇੱਕ ਦੂਜੇ ਦੇ, ਕਿਉਂਕਿ ਜਾਤ ਜਿਹੜੀ ਹੈ ਨਾ, ਇਹ ਗੁਰੂ ਸਾਹਿਬ ਕਹਿੰਦੇ ਜਾਤ ਕਾ ਗਰਬ ਨਾ ਕਰ ਮੂਰਖ ਗਵਾਰਾ। ਜਦੋਂ ਸਾਡੇ ਅੰਦਰ ਹੰਕਾਰ ਆਉਂਦਾ ਨਾ, ਜਾਤੀ ਤਾਂ ਪਹਿਲਾਂ ਵੀ ਸੀਗੀ, ਕਿਉਂਕਿ ਜਦੋਂ ਸਿੱਖ ਧਰਮ ਸੀਗਾ ਉਦੋਂ ਜਾਤੀ ਬਹੁਤ ਜ਼ਿਆਦਾ ਸੀ। ਹੁਣ ਧੰਨਾ ਜੀ ਜੱਟ ਸੀਗੇ, ਸਤਿਗੁਰੂ ਰਵਿਦਾਸ ਜੀ ਚਮਾਰ ਜਾਤੀ ਸੀਗੇ, ਤੇ ਸਤਿਗੁਰੂ ਕਬੀਰ ਜੀ ਜੁਲਾਹੇ ਸੀਗੇ। ਪਰ ਉਹ ਸਾਰੇ ਇੱਕ ਜਗ੍ਹਾ ਤੇ, ਕਿਉਂਕਿ ਉਹਨਾਂ ਨੇ ਜਾਤ ਖਤਮ ਕਰ ਦਿੱਤੀ।
उन्होंने ये साहिब श्री गुरु ग्रंथ साहिब जी की रचना आ, ये साडा मिशन सी कि इदां इकट्ठे होना है, इदां असीं इकट्ठे होकर लड़ना है, असीं उस मनुवादी सिस्टम के खिलाफ लड़ना है। पर लड़ना किद्दां सी? वो सिक्खी दे स्कूल बनाउणे सी। पहला स्कूल कित्थे बनिया सी? दरबार साहब, खंडूर साहब, गोविंदवाल साहब, स्कूल सी साडे। सिख वधिया बने, करैक्टर उच्चे हो गए सिखां दे। ਜਿਹੜੇ ਮਰਨ ਲਈ ਤੁਰ ਪਏ ਗੁਰੂ ਦੇ ਇੱਕ ਹੁਕਮ ਤੇ, ਉਹ ਐਡੇ ਮੁਗਲ ਰਾਜ ਨੂੰ ਚੈਲੰਜ ਦੇ ਦਿੱਤਾ। ਉਹ ਜਿਹੜੇ ਲਤਾੜੇ ਹੋਏ, ਜਿਹੜੇ ਸਤਾਏ ਹੋਏ ਸੀਗੇ, ਉਹ ਤਾਂ ਗੁਰੂ ਸਾਹਿਬ ਨਾਲ ਮਰਨ ਲਈ ਚੱਲ ਪਏ। ਉਹ ਲਤਾੜੇ ਗਰੀਬ ਸਿੱਖ ਜਿਨ੍ਹਾਂ ਨੂੰ ਮਜ਼ਹਬ ਦੇ ਪੱਕੇ ਕਿਹਾ ਗਿਆ, ਮਜ਼ਹਬ ਦੇ ਪੱਕੇ ਰਹੇ, ਮਜ਼ਹਬੀ ਸਿੱਖ ਘਰੇਟੇ ਗੁਰੂ ਦੇ ਬੇਟੇ, ਅੱਜ ਸਾਡੇ ਹਲਕ 'ਚ ਗੱਲਾਂ ਲੰਘਦੀਆਂ ਨਹੀਂ। ਸੋਚਿਓ ਜਰਾ, ਉਹ ਜਿਹੜਾ ਸਾਡਾ ਬ੍ਰਾਹਮਣੀ ਇਤਿਹਾਸ ਲਿਖਿਆ ਗਿਆ, ਵਿਗਾੜਿਆ ਗਿਆ, ਅੱਪਰ ਕਾਸਟਾਂ ਨੂੰ ਉੱਪਰ ਕੀਤਾ ਗਿਆ। ਗੁਰਦੁਆਰਿਆਂ ਦੇ ਵਿੱਚ ਪੁਜਾਰੀ ਮਹੰਤ ਜਿਹੜੇ ਸੀਗੇ ਨਾ, ਉਹ ਮਸੰਦ ਜਿਹੜੇ ਸੀਗੇ, ਉਹਨਾਂ ਦਾ ਕਬਜ਼ਾ ਹੋ ਗਿਆ, ਕਿਉਂਕਿ ਪੜ੍ਹਿਆ ਲਿਖਿਆ ਵਰਗ ਉਹ ਸੀ। ਇਸੇ ਕਰਕੇ ਜਦੋਂ ਗੁਰੂ ਨੇ ਦੇਖਿਆ ਵੀ ਇਹ ਜਿਹੜੇ ਸਾਡੇ ਸਿੱਖ ਆ ਇਹ ਭਟਕ ਜਾਣਗੇ, ਜਦੋਂ ਉਹਨਾਂ ਨੇ ਦੇਖਿਆ ਕਿ ਮੇਰੇ ਪਿਤਾ ਜੀ ਗੁਰੂ ਤੇਗ ਬਹਾਦਰ ਜੀ ਨੂੰ ਦਰਬਾਰ ਸਾਹਿਬ ਨਹੀਂ ਵੜਨ ਦਿੱਤਾ, ਉਸੇ ਵੇਲੇ ਉਹ ਗੱਲ ਸਮਝ ਚੁੱਕੇ ਸੀ ਕਿ ਸਿੱਖ ਕਿਸੇ ਜਗ੍ਹਾ ਨਾਲ, ਕਿਸੇ ਸਰੀਰ ਨਾਲ ਨਾ ਜੁੜਨ। मैं ऐसा काम करके जाऊंगा कि सिख हर सवाल का जवाब अपने गुरु ਨੂੰ ਪੁੱਛੂਗਾ, ਉਹ लागू करूगा। फिर उन्होंने 5 शरीर बखरियां बखरियां जगावां तो चुने और जिम्मेवारी दी उन्होंने, ते धन श्री गुरु ग्रंथ साहब ਨੂੰ शब्द गुरु, सुरत धुन चेला, शब्द ਨੂੰ गुरु बनाया भी आपां गुरु तो सीखना है, किसी शरीर तो नहीं। पर वो पढ़िया लिखा वर्ग वो पुजारी बन के बह गया। ਹੁਣ ਅਸੀਂ ਸਿਖਿਆਰਤੀ ਨਹੀਂ ਬਣੇ, ਅਸੀਂ ਪੁਜਾਰੀ ਬਣ ਗਏ। ਅਸੀਂ ਉਧਰਲੇ ਮੱਕੇ, ਉਧਰਲੇ ਗੰਗਾ, ਉਧਰਲੇ ਹਰਦੁਆਰ ਕੰਡੈਮ ਕਰ ਲਏ, ਆਪਣੇ ਬਣਾ ਲਏ। ਫਰਕ ਕੁਛ ਨਹੀਂ ਹੈਗਾ, ਗੱਲ ਸਮਝਣ ਦੀ ਹੈ। ਹੁਣ ਜੇ ਮੈਂ ਇਦਾਂ ਦੀ ਗੱਲ ਕਰਦਾ, ਕਈਆਂ ਨੂੰ ਬਿਲਕੁਲ ਨਹੀਂ ਚੰਗੀ ਲੱਗਣੀ, ਪਰ ਜਦੋਂ ਗੱਲ ਉਹ ਲੌਜਿਕ ਦੀ ਆਉਂਦੀ ਹੈ, ਜਦੋਂ ਗੁਰੂ ਦੇ ਸਿਧਾਂਤ ਦੀ ਆਉਂਦੀ ਹੈ, ਫਿਰ ਚੁੱਪ, ਫਿਰ ਸ਼ਰਧਾ ਦੀ ਗੱਲ ਆ ਜਾਂਦੀ ਹੈ। ਗੁਰੂ ਸਾਹਿਬ ਹਿੰਦੂ ਨੂੰ ਉਹਨੂੰ ਗੱਲ ਅੰਨਾ ਗੱਲ ਕਹਿੰਦੇ ਆ, ਕਿਉਂਕਿ ਉਹਦੀ ਇੰਨਾ ਸ਼ਰਧਾ ਆਇਆ, ਉਹਦੀ ਉਹ ਅੰਧ ਵਿਸ਼ਵਾਸ ਤੇ ਖੜਾ ਹੈ। ਫਿਰ ਜੇ ਅਸੀਂ ਅੰਧ ਵਿਸ਼ਵਾਸ ਤੇ, ਅਸੀਂ ਵੀ ਅੰਨੇ ਹੀ ਹਾਂ। ਗਿਆਨੀ ਸਿਆਣਾ ਕਿਹਾ ਨਾ ਮਹਾਰਾਜ ਨੇ, ਤਾਂ ਕੋਈ ਸਿੱਖ ਜਾਂ ਮੁਸਲਮਾਨ ਨਹੀਂ ਕਿਹਾ, ਜਿਹਨੂੰ ਗਿਆਨ ਹੈ। ਇਸ ਕਰਕੇ ਮੈਂ ਇਹ ਬੇਨਤੀ ਅੱਜ ਤਾਂ ਸ਼ੁਰੂ ਕੀਤੀ ਹੈ ਕਿ ਜਿਹੜੀ ਸਾਡੇ 'ਚ ਵਰਨ ਵਿਵਸਥਾ ਆ, ਇਹਨੂੰ ਸਿੱਖ ਧਰਮ ਨੇ ਖਤਮ ਕਰਨਾ ਸੀ। ਪਰ ਜਿਹੜਾ ਕੇਸਾਧਾਰੀ ਬਾਹਮਣ ਪੁਜਾਰੀ ਬਣ ਕੇ ਬਹਿ ਗਿਆ, ਉਹਨੇ ਕੀ ਕੀਤਾ, ਨੀਵੀਆਂ ਜਾਤਾਂ ਨੂੰ, ਕੋਈ ਮਜ਼੍ਹਬੀ, ਕੋਈ ਚੌਥੇ ਪੌੜੇ ਦੇ, ਉਹਨਾਂ ਨੂੰ ਦੂਰ ਕਰ ਦਿੱਤਾ ਗੁਰੂ ਘਰਾਂ ਤੋਂ। ਉਹੋ ਹੀ ਬਾਹਮਣ ਭੇਖ ਬਦਲ ਕੇ ਗੁਰਦੁਆਰਿਆਂ 'ਚ ਬਹਿ ਗਿਆ। ਜਦੋਂ ਗੁਰਦੁਆਰੇ ਪੂਜਾ ਸਥਾਨ ਬਣ ਗਏ, ਜਦ ਕਿ ਉਹ ਸਕੂਲ ਬਣਨੇ ਸੀ ਸਿੱਖੀ ਦੇ। ਹੁਣ ਜਿਹੜੇ ਲੋਕ ਦੁਰਕਾਰੇ ਗਏ, ਜਿਨ੍ਹਾਂ ਦੇ ਉੱਤੇ ਤਸ਼ੱਦਦ ਹੋਇਆ, ਜਿਹੜੇ ਸ਼ਹੀਦ ਹੋ ਗਏ, ਉਹਨਾਂ ਦਾ ਕੋਈ ਨਾਂ ਨਹੀਂ ਹੋਇਆ। ਸਿੱਖ ਕੌਮ ਦਾ ਇਤਿਹਾਸ ਉਹਨਾਂ ਮਰਜੀ ਬੜਿਆਂ ਨੇ, ਉਹਨਾਂ ਗਰੀਬ ਸਿੱਖਾਂ ਨੇ ਗੁਰੂ ਸਾਹਿਬਾਂ ਦਾ ਸਾਥ ਦਿੱਤਾ। ਹੁਣ ਗੁਰੂ ਸਾਹਿਬ ਬ੍ਰਾਹਮਣੀ ਸਿਸਟਮ ਨੂੰ, ਉਹਦੇ ਜਨੇਊ ਨੂੰ ਕੰਡੈਮ ਕਰ ਰਹੇ ਆ, ਉਹਦੀ ਜਾਤ ਪਾਤ ਨੂੰ ਕੰਡੈਮ ਕਰ ਰਹੇ ਆ। ਏਕ ਪਿਤਾ ਏਕ ਸਕੇ ਹਮ ਬਾਰਿਕ, ਠੀਕ ਨਹੀਂ? ਮਹਾਰਾਜ ਕਹਿੰਦੇ ਨੀਚਾਂ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨ ਕੇ ਸੰਗ ਸਾਥ ਵੱਡਿਆਂ ਸੋ ਕਹਿ ਰੀਸ। ਭਾਈ ਮਰਦਾਨਾ ਜੀ ਮਰਾਸੀ ਉਹਨਾਂ ਦੇ ਦੋਸਤ ਆ, ਉਹਨਾਂ ਦੇ ਭਰਾ ਆ। ਫਿਰ ਗੁਰੂ ਸਾਹਿਬ ਦਾ ਥੋਟ ਦੇਖੋ, ਗੁਰੂ ਸਾਹਿਬ ਕਹਿੰਦੇ ਕਿਰਤ ਕਰੋ। ਹੁਣ ਆਪਾਂ ਕਿਸੇ ਤੋਂ ਥੋੜ੍ਹਾ ਪੁੱਛਣਾ, ਆਪਣੇ ਗੁਰੂ ਨੂੰ ਪੁੱਛਣਾ ਕਿ ਤੁਹਾਡਾ ਜਿਹੜਾ ਲਾਅ ਸੀ ਕੌਣ ਫੋਲੋ ਕਰਦਾ। ਜਿੰਨੇ ਪੁਜਾਰੀ, ਜਿੰਨੇ ਬਾਬੇ, ਜਿੰਨੇ ਬ੍ਰਹਮ ਗਿਆਨੀ, ਜਿੰਨੇ ਵੀ ਹੈ, ਐਵਰੀਵਨ, ਜਿੰਨੇ ਵੀ, ਜਿੰਨੀ ਕਿ ਮੈਂ ਦੇਖੀ ਦੁਨੀਆ, ਉਹ ਕੀ ਕਰ ਰਹੇ ਆ? ਉਹ ਕੋਈ ਕਿਰਤ ਨਹੀਂ ਕਰ ਰਿਹਾ, ਉਪਦੇਸ਼ ਰਿਹਾ। ਕੀ ਗੁਰੂ ਨਾਨਕ ਸਾਹਿਬ ਨੇ ਕਿਰਤ ਨਹੀਂ ਕੀਤੀ? ਜੇ ਕਿਤੇ ਗੁਰੂ ਨਾਨਕ ਸਾਹਿਬ ਕਿਰਤ ਨਾ ਕਰਦੇ, ਫਿਰ ਤਾਂ ਸਾਡੇ ਕੋਈ ਇਹਨਾਂ ਨੇ ਉਦਾਹਰਨ ਦੱਸ ਦੇਣੀ ਵੀ ਬਾਬੇ ਨੇ ਕਿਰਤ ਨਹੀਂ ਕੀਤੀ, ਗੁਰੂ ਰਵਿਦਾਸ ਜੀ ਨੇ ਕਿਰਤ ਨਹੀਂ ਕੀਤੀ, ਕਬੀਰ ਜੀ ਨੇ ਕਿਰਤ ਨਹੀਂ ਕੀਤੀ, ਸੈਣ ਜੀ ਨੇ ਕਿਰਤ ਨਹੀਂ ਕੀਤੀ। ਸਾਰੇ ਕਿਰਤੀ, ਉਹ ਸਾਰੇ ਕਿਰਤੀ ਔਰ ਵੱਖਰੀਆਂ ਵੱਖਰੀਆਂ ਜਗ੍ਹਾਵਾਂ ਤੋਂ ਇੱਕ ਥਾਂ ਬੈਠ ਕੇ ਮਨੂਵਾਦ ਦੇ ਖਿਲਾਫ ਲੜੇ। ਪਰ ਗੱਲ ਹੁਣ ਸਮਝ ਜਿਹੜੀ ਆਉਣੀ ਸੀ, ਉਹ ਤਾਂ ਉਹਨੂੰ ਆਉਣੀ ਸੀ ਜਿਹਨੇ ਗੁਰੂ ਗ੍ਰੰਥ ਸਾਹਿਬ ਨੂੰ ਸਮਝਿਆ।
ਇਹ ਲਹਿਰਾਂ ਪਹਿਲਾਂ ਵੀ ਚੱਲੀਆਂ। ਸਿੱਖ ਲਹਿਰ ਚੱਲੀ, ਗਿਆਨੀ ਦਿੱਤ ਸਿੰਘ ਨੇ ਚਲਾਈ, ਪ੍ਰੈਸ ਚਲਾਈ ਵੀ ਸਾਨੂੰ ਉਹ ਸਿਧਾਂਤ ਸਮਝ ਲੱਗਣਾ ਚਾਹੀਦਾ। ਉਹਨਾਂ ਨੇ ਮੂਰਤੀਆਂ ਜਗਾਤੀਆਂ ਦਰਬਾਰ ਸਾਹਿਬ ਤੋਂ। ਉੱਠੇ ਸੂਰਮੇ, ਪਰ ਮਨੂਵਾਦ ਹਾਵੀ ਰਿਹਾ ਹੈ। ਜਿਹੜਾ ਹਿੰਦੂ ਸ਼ਬਦ ਸਾਡੇ ਨਾਲ ਜੋੜਿਆ ਗਿਆ ਹੈ, ਉਹ ਜਦੋਂ ਉਹਨੂੰ ਖਤਰਾ ਲੱਗਦਾ ਹੈ ਵੀ ਮੇਰੀ ਹੁਣ ਪੇਸ਼ ਨਹੀਂ ਜਾਂਦੀ, ਤਾਂ ਉਹ ਆਪਣੇ ਆਪ ਨੂੰ, ਉਹ ਬ੍ਰਾਹਮਣ ਜਿਹੜਾ ਮਨੂਵਾਦੀ, ਉਹ ਆਪਣੇ ਆਪ ਨੂੰ ਉਸ ਵੇਲੇ ਆਪਣੇ ਆਪ ਨੂੰ ਹਿੰਦੂ ਡਿਕਲੇਅਰ ਕਰਦਾ, ਆਪਣੀ ਗਿਣਤੀ ਵਧਾਉਣ ਨੂੰ। ਜਦ ਕਿ ਗੁਰੂ ਸਾਹਿਬ ਨੇ ਸਪਸ਼ਟ ਕਰ ਦਿੱਤਾ ਸੀ। ਹੁਣ ਜਿਹੜਾ ਸਿੱਖ ਸੀਗਾ, ਸਿੱਖ ਨੂੰ ਸਿੰਘ, ਕੌਰ ਤੇ ਖਾਲਸਾ ਇਹ ਨਾਂ ਦਿੱਤੇ ਗਏ। ਇੱਕ ਥਾਂ ਖੰਡੇ ਬਾਟੇ ਦੀ ਪਹੁੰਚ ਛਕੀ ਵੀ ਉਹ ਜਾਤ ਦਾ ਕੋੜ ਖਤਮ ਹੋ ਜਾਵੇ। ਅਸੀਂ ਸਰੀਰਕ ਰੋਗਾਂ ਵਾਲੇ ਪਾਸੇ ਨੂੰ ਚਲ ਗਏ। ਕਹਾਣੀਆਂ ਇੱਦਾਂ ਦੀਆਂ ਪ੍ਰਚਲਿਤ ਕਰਤੀਆਂ ਗਈਆਂ ਕਿ ਉਹ ਚਿੱਟੇ ਕਾਲੇ, ਬੜੇ ਕਾਲੇ ਬੜੇ ਚਿੱਟੇ ਨਿਕਲੇ, ਫਿਰ ਹੁਣ ਕੱਢੋ ਤੁਸੀਂ। ਹੁਣ ਕੀ ਗੱਲ ਵਾ? ਹੁਣੇ ਵੀ ਬਾਣੀ ਪੜ੍ਹੀ ਜਾਂਦੀ ਉੱਥੇ। ਜਿਹੜਾ ਤੁਹਾਡੇ ਮਨ ਦੇ ਕੋੜ ਦੇ ਕਾਂ ਸੀ ਨਾ, ਕਾਲੇ ਕੋੜ ਦੇ, ਉਹ ਜਦੋਂ ਉੱਥੇ ਜਾਂਦੇ ਸੀ ਨਾ, ਗੁਰੂ ਸਾਹਿਬ ਸਾਰੇ ਇੱਕੋ ਥਾਂ ਇਸ਼ਨਾਨ ਕਰਦੇ ਸੀ, ਤੇ ਉੱਥੋਂ ਹੰਸ ਬਣ ਕੇ, ਹੰਸ ਬਿਰਤੀ ਵਾਲੀ ਬਣ ਕੇ ਬਾਹਰ ਨਿਕਲਦੇ ਸੀ। ਗੁਰੂ ਸਾਹਿਬ ਨੇ ਸਕੂਲ ਬਣਾਇਆ, ਇੱਕ ਥਾਂ ਬਹਿ ਕੇ ਛਕਣਾ, ਇਲਾਜ ਕਰਨਾ। ਇਹ ਗੱਲਾਂ ਉਦੋਂ ਜਰੀਆਂ ਨਹੀਂ ਗਈਆਂ। ਇਸ ਕਰਕੇ ਵੀਰੋ, ਮੈਂ ਹਮੇਸ਼ਾ ਗੱਲ ਇਹ ਕਰਦਾ ਹੁੰਦਾ ਵੀ ਹੋ ਸਕਦਾ ਕਿ ਹਰ ਇੱਕ ਬੰਦੇ ਦੀ ਆਪਣੀ ਆਪਣਾ ਬੌਧਿਕ ਤਲ ਹੋਵੇ, ਗੱਲ ਨਾ ਸਮਝੇ। ਸਾਨੂੰ ਵੀ ਬਹੁਤ ਦੇਰ ਬਾਅਦ ਸਮਝ ਲੱਗੀ। ਹੁਣ ਇਸ ਵੇਲੇ ਮੈਂ ਇੱਕ ਸਰੀਰ ਦੀ ਗੱਲ ਕਰਾਂਗਾ, ਭਾਵੇਂ ਮੈਂ ਉਹਨਾਂ ਨੂੰ ਬਿਲਕੁਲ ਫੋਲੋ ਨਹੀਂ ਸੀ ਕਰਦਾ, ਮੈਂ ਵੀ ਉਹਨਾਂ 'ਚ ਹੀ ਗਿਣਦਾ ਸੀ ਭਾਈ ਰਣਜੀਤ ਸਿੰਘ ਨੂੰ, ਜਦੋਂ ਸੰਤ ਬ੍ਰਹਮ ਗਿਆਨੀ ਸੀਗੇ। ਉਹ ਸਾਰੇ ਉਹਨਾਂ ਦੀਆਂ ਸਿਫਤਾਂ ਕਰਦੇ ਸੀ, ਉਹਨਾਂ ਦੇ ਪ੍ਰੋਗਰਾਮਾਂ 'ਚ ਜਾਂਦੇ ਸੀ। ਅੱਜ ਉਹ ਉਹਨਾਂ ਦੇ ਵਿਰੋਧ 'ਚ ਹੋ ਗਏ ਤਾਂ ਉਹਨਾਂ ਦੇ ਸਾਰੇ ਬੈਰੀ ਹੋ ਗਏ। ਉਹਨਾਂ ਨੂੰ ਈਸਾਈ ਨਹੀਂ ਮਾਰ ਰਹੇ, ਉਹਨਾਂ ਨੂੰ ਬੋਧੀ ਨਹੀਂ ਮਾਰ ਰਹੇ, ਉਹਨਾਂ ਨੂੰ ਮੁਸਲਮਾਨ ਨਹੀਂ ਮਾਰ ਰਹੇ। ਮਾਰ ਕੌਣ ਰਿਹਾ ਉਹਨਾਂ ਨੂੰ? ਹੈਗੇ ਉਹ ਵੀ ਸਿੱਖ, ਉਹਨਾਂ 'ਚੋਂ ਆਏ ਆ। ਮੇਰੀਆਂ ਗੱਲਾਂ ਸ਼ਾਇਦ ਪੁਜਾਰੀਆਂ ਨੂੰ ਨਹੀਂ ਚੰਗੀਆਂ ਲੱਗਣੀਆਂ। ਹੁਣ ਜਿਹਨਾਂ ਨੂੰ ਮਾਇਆ ਆਉਂਦੀ ਹੈ, ਜਿਹਨਾਂ ਨੂੰ ਚੜਾਵਾ ਆਉਂਦਾ ਆ, ਗੁਰੂ ਸਾਹਿਬ ਦੇ ਸਮੇਂ ਵਿੱਚ ਤਾਂ ਹੋਈ ਹੈ, ਕਿਉਂਕਿ ਗੁਰੂ ਦੀ ਗੋਲਕ ਗਰੀਬ ਦਾ ਮੁੱਖ ਦਾ ਸਿਧਾਂਤ ਹੀ ਖਤਮ ਹੋ ਗਿਆ। ਕ੍ਰਿਸਚਨ ਕੀ ਕਰਦੇ ਆ, ਚਰਚ ਜਿਹੜਾ ਆ ਉਹ ਬਾਅਦ 'ਚ ਬਣਾਉਂਦੇ, ਹਸਪੀਟਲ ਤੇ ਆਪਣਾ ਸਕੂਲ ਪਹਿਲਾਂ ਬਣਾਉਂਦੇ ਆ। ਆਪਾਂ ਗੁਣ ਨਹੀਂ ਲੈਂਦੇ, ਕ੍ਰਿਟਿਸਿਜ਼ਮ ਕਰਦੇ ਆ। ਜੋ ਫਲਾਣਾ ਕ੍ਰਿਸਚਨ ਬਣ ਗਿਆ, ਤੁਸੀਂ ਬਣਾਓ ਸਿੱਖ, ਹੈਲਪ ਕਰੋ। ਕਰੋੜਾਂ ਰੁਪਏ ਦਾ ਬਜਟ ਹੈਗਾ। ਸਿੱਖੀ ਨੂੰ ਛੱਡ ਕੇ ਕੌਣ ਗਿਆ? ਜਦੋਂ ਤੁਸੀਂ ਉਹਨੂੰ ਦਰਕਾਰਿਆ, ਉਹਨਾਂ ਨੇ ਜਾਣਾ ਹੀ ਸੀ। ਉਹਨਾਂ ਬਥੇਰਾ ਲੇਖਾ ਦਿੱਤਾ, ਬੜੀ ਕੋਸ਼ਿਸ਼ ਕੀਤੀ, ਪਰ ਜਿਹੜੇ ਸਿੱਖ ਧਰਮ 'ਚ ਕਾਬਜ ਹੋ ਕੇ ਬਹਿ ਗਏ ਕੇਸਾਧਾਰੀ ਬਾਹਮਣ, ਉਹ ਨਹੀਂ ਚਾਹੁੰਦੇ ਸੀ। ਉਹਨਾਂ ਨੇ ਕਿਹਾ ਵੀ ਇਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਪੂਜਾ ਕਰਨ ਲਾ ਦਿਓ, ਤੇ ਉਹ ਵੀ ਕੁਛ ਪਰਸ ਨਹੀਂ ਉਹਨਾਂ ਨੂੰ ਪੜ੍ਹ ਸਕਣ। ਸਿਰਫ ਪੜ੍ਹਨਾ ਆ, ਸਮਝਾਉਣਾ ਨਹੀਂ। ਵਿਚਾਰ ਖਤਮ ਕਰ ਦਿੱਤੀ। ਇਹ ਗੱਲ ਜਦੋਂ ਗੁਰਦੁਆਰਿਆਂ 'ਚ ਹੋ ਗਈ, ਪੂਜਾ ਸ਼ੁਰੂ ਹੋ ਗਈ, ਸਿਧਾਂਤ ਤੋਂ ਦੁਨੀਆ ਦੂਰ ਚਲੀ ਗਈ। ਜਿਹੜੀਆਂ ਸਾਡੇ ਗੁਰੂ ਸਾਹਿਬਾਨ ਅੱਜ ਤੋਂ 500 ਸਾਲ ਪਹਿਲਾਂ ਗੱਲਾਂ ਕਰਦਾ ਸੀ, ਸਾਇੰਸ ਅੱਜ ਕਰਦੀ ਹੈ। ਸਾਡਾ ਤਾਂ ਧਰਮ ਹੀ ਵਿਗਿਆਨਕ ਸੀ। ਭਾਰਤ ਦੇ ਲੋਕਾਂ ਨੂੰ ਆਜ਼ਾਦ ਕਰਾਉਣ ਲਈ ਇੱਥੇ ਦੇ ਲੋਕਾਂ ਦੇ ਉੱਤੇ ਜਿਹੜਾ ਤਸ਼ੱਦਦ ਹੁੰਦਾ ਸੀ, ਇਹ ਸਿੱਖ ਮਿਸ਼ਨ ਚਲਾਇਆ ਗਿਆ। ਪਰ ਅਸੀਂ ਹੰਕਾਰੀ ਹੋ ਗਏ, ਅਸੀਂ ਭੇਖ 'ਚ ਫਸ ਗਏ, ਅਸੀਂ ਭੇਖ ਬਣਾਇਆ। ਗੁਰੂ ਸਾਹਿਬ ਪਹਿਲਾਂ ਹੀ ਭੇਖ ਨੂੰ ਕੰਡੈਮ ਕਰ ਰਹੇ। ਮਾਥੇ ਤਿਲਕ ਹੱਥ ਮਾਲਾ ਬਾਣਾ ਲੋਗਨ ਰਾਮ ਖਲੋਣਾ ਜਾਣਾ, ਉਹ ਭੇਖ ਕਹਿ ਰਿਹਾ ਸੀ ਮੈਂ ਰੱਬ ਹਾਂ। ਮਰ ਕਹਿੰਦੇ ਬਾਹਮਣ ਗੁਰੂ ਕਾ ਜਗਤ ਕਾ ਭਗਤੰਗਾ ਗੁਰ ਨਾਹੀਂ। ਅਸੀਂ ਕੀ ਆ ਵੇ? ਜੇ ਅਸੀਂ ਕਹੀਏ ਵੀ ਅਸੀਂ, ਸਾਨੂੰ ਹੀ ਪਤਾ ਰੱਬ ਦਾ, ਸਾਨੂੰ ਹੀ ਪਤਾ ਗਿਆਨ ਵਾ, ਤੁਹਾਨੂੰ ਕੀ ਪਤਾ? ਪਰ ਗਿਆਨ ਤਾਂ ਕਿਸੇ ਨੂੰ ਹੋ ਸਕਦਾ, ਕਿਉਂਕਿ ਕਣ ਕਣ ਜ਼ਰਰੇ ਜ਼ਰਰੇ ਵਿੱਚ ਉਹ ਕਾਦਰ ਦੀ ਕੁਦਰਤ ਵਾ। ਗੁਰੂ ਸਾਹਿਬ ਨੇ ਕਿਹਾ ਕੁਦਰਤ ਦੇ ਸਭ ਬੰਦੇ ਇੱਕ ਨੂਰ ਤੇ ਸਭ ਜਗ। ਗੱਲ ਇੱਕ ਦੀ ਕਰਦੇ ਆ ਪਰ ਛੱਡ ਦਿੰਦੇ ਆ। ਅੱਜ ਜਾਤ ਦਾ ਕੋੜ ਇੰਨਾ ਹਾਵੀ ਹੈ, ਕਹਾਉਂਦੇ ਅਸੀਂ ਸਿੱਖ ਹਾਂ ਪਰ ਜਾਤ ਪਹਿਲਾਂ। ਗੁਰਦੁਆਰੇ ਜਾਤਾਂ ਦੇ ਨਾਂ ਤੇ ਆ, ਸਿਵੇ ਜਾਤਾਂ ਦੇ ਨਾਂ ਤੇ ਆ। ਕੋਈ ਸਾਡੀ ਸ਼੍ਰੋਮਣੀ ਕਮੇਟੀ ਦਾ ਤੁਹਾਨੂੰ ਕੋਈ ਉਪਰਾਲਾ ਨਹੀਂ, ਕਿਉਂਕਿ ਉੱਥੋਂ ਹੀ ਲਾਅ ਬਣਨੇ ਸੀਗੇ, ਉੱਥੋਂ ਹੀ ਉਹਨਾਂ ਨੇ ਇਹ ਸਿਸਟਮ, ਮੱਕੇ ਤੋਂ ਕੁਫਰ ਸ਼ੁਰੂ ਹੋ ਗਿਆ। ਇਸੇ ਕਰਕੇ ਸਿੱਖਾਂ ਦੇ ਵਿੱਚ ਦੂਰੀ ਬਣਾਈ ਗਈ। ਸਿੱਖਾਂ ਦੇ ਵਿੱਚ ਉਹਨਾਂ ਨੂੰ ਚੌਥੇ ਪੌੜੇ ਦੇ ਕਹਿ ਕੇ, ਮਜ਼੍ਹਬੀ ਸਿੱਖ ਕਹਿ ਕੇ ਦਰਕਾਰ ਕੇ, ਜਾਣੀ ਕਿ ਨੀਵੀਆਂ ਜਾਤਾਂ ਦੇ ਸਿੱਖਾਂ ਨੂੰ ਦੂਰ ਕਰ ਦਿੱਤਾ ਗਿਆ। ਫੇਰ ਵਾਰੀ ਆਈ ਹੱਕਾਂ ਦੀ। ਹੁਣ ਜਦੋਂ ਤਾਂ
ਬੰਦਾ ਸਿੰਘ ਬਹਾਦਰ ਦੇ ਨਾਲ ਸਾਥ ਨਹੀਂ ਦਿੱਤਾ, ਠੀਕ ਹੈ। ਉਸ ਵੇਲੇ ਉਹਦਾ ਰਾਜ ਖਤਮ ਹੋ ਗਿਆ। ਕੌਣ ਲੋਕ ਸਨ ਜਿਨ੍ਹਾਂ ਨੇ ਸਾਥ ਨਹੀਂ ਦਿੱਤਾ? ਕਦੇ ਖੋਜ ਨਹੀਂ ਕੀਤੀ ਗਈ। ਜਦੋਂ ਦਰਬਾਰ ਸਾਹਿਬ ਤੇ ਹਮਲਾ ਹੁੰਦਾ ਉਦੋਂ ਕਿਹਨਾਂ ਲੋਕਾਂ ਨੇ ਸਾਥ ਨਹੀਂ ਦਿੱਤਾ? ਕਿਉਂਕਿ ਜਦੋਂ ਅਸੀਂ ਕਿਸੇ ਨੂੰ ਨਾਲ ਰਲਾਇਆ ਹੀ ਨਹੀਂ, ਕਿਉਂਕਿ ਪਹਿਲਾਂ ਗੁਰੂ ਸਾਹਿਬਾਂ ਨੇ ਬਹੁਤ ਸੰਘਰਸ਼ ਕੀਤਾ। ਪਹਿਲਾਂ ਸਿੱਖ ਬਣਾਏ, ਆਪਣੇ ਪੁੱਤ ਬਣਾਏ, अपने 4 बारे इन पुत्रन के शीश पर वार दिए सुत चार, 4 मुए तो क्या हुआ, जीवत कई हजार। अपने 4 बारे फिर अपने बन गए सारे। फिर उन्होंने जंगा लड़ियां, फिर उन्होंने जित प्राप्त की। ये मैं क्यों की गल अज कि साडे मन च की है, असीं की लेना चाहुंदे हां। असीं बाहरले मुल्कां दे विच घर बना लिया, तरक्कियां कर चुके हैं, सैटल हो चुके हैं। ਅਸੀਂ ਜ਼ਮੀਨਾਂ ਜਾਇਦਾਦ ਵਾਲੇ ਵੀ ਹੈਗੇ ਹਾਂ। ਇੱਕ ਤਬਕਾ ਹੋਰ ਹੈ, ਉਹਨਾਂ ਦੇ ਕੋਲ ਜ਼ਮੀਨਾਂ ਹੈ ਨਹੀਂ। ਹੁਣ ਮੈਂ ਆਪਣੇ ਭਰਾਵਾਂ ਨੂੰ ਪੁੱਛਣਾ ਚਾਹੁੰਦਾ ਵੀ ਬਾਬੇ ਨਾਨਕ ਦੀ ਸਿੱਖੀ ਹੈ, ਇਹ ਵੰਡ ਕੇ ਛਕਣੇ ਵਾਲੀ ਹੈ। ਵੀ ਸਾਡੇ ਜ਼ਿਮੀਂਦਾਰਾਂ ਭਰਾਵਾਂ ਕੋਲ ਜ਼ਮੀਨ ਹੈ, ਵੀ ਉਹ ਦੂਆਂ ਭਰਾਵਾਂ ਕੋਲ ਕਾਹਲੇ ਨਹੀਂ? ਉਹਨਾਂ ਕੋਲ ਵੀ ਤਾਂ ਕੋਈ ਗੁਜ਼ਾਰਾ ਕਰਨ ਨੂੰ ਚਾਹੀਦਾ ਸੀ ਸਾਧਨ। ਉਹ ਤਾਂ ਵੈਸੇ ਹੀ ਅਨਪੜ੍ਹ ਸੀਗੇ, ਪੜ੍ਹਨਾ ਤਾਂ ਘਰ ਤਾਂ ਸੀਗਾ ਹੀ ਨਹੀਂ। ਅਸੀਂ ਮਿਹਨਤੀ ਸੀਗੇ, ਅਸੀਂ ਮਿਹਨਤੀ ਕੰਮ ਮਿਹਨਤ ਨਾਲ ਕਾਮਯਾਬ ਹੋਏ ਹਾਂ। ਪਰ ਉਹਨਾਂ ਕੋਲ ਮਿਹਨਤ ਕਰਨ ਦੇ ਉਸ ਉਹਨਾਂ ਨੇ ਸਾਡਾ ਸਾਥ ਦਿੱਤਾ। ਸੀਰੀ ਬਣ ਕੇ, ਭਰਾ ਨਹੀਂ ਬਣਾਇਆ ਅਸੀਂ ਉਹਨਾਂ ਨੂੰ, ਅਸੀਂ ਉਹਨਾਂ ਨੂੰ ਸੀਰੀ ਬਣਾ ਲਿਆ। ਆਪਣਾ ਆੜਤੀਏ ਨੂੰ ਆਪਣਾ ਮਾਲਕ ਬਣਾ ਲਿਆ। ਅੱਜ ਵੀ ਜ਼ਿਮੀਂਦਾਰ ਦਾ ਮਾਲਕ ਆੜਤੀਆ ਆ। ਬਾਹਮਣ ਬਾਣੀਏ ਸਾਡੇ ਸਿਰ ਤੇ ਬਹਿ ਗਏ, ਹੁਣ ਤੱਕ ਉਹ ਬੈਠੇ ਆ, ਸਾਡਾ ਹੱਕ ਖਾ ਰਹੇ ਆ। OBC ਦਾ ਹੱਕ ਉਹ ਖਾ ਰਹੇ ਆ। ਪਰ ਕਦੇ ਨਹੀਂ ਸਾਨੂੰ ਹਿੰਦੂ ਲਿਖ ਦਿੱਤਾ, ਸਿੱਖਾਂ ਨੂੰ ਹਿੰਦੂ ਲਿਖ ਦਿੱਤਾ, ਮੋਦੀਆਂ ਨੂੰ ਵੀ ਹਿੰਦੂ ਲਿਖਿਆ ਆ। ਫਿਰ ਜੇ ਕੋਈ ਛੋਟੀ ਜਾਤ ਜਾਂ ਰਿਜ਼ਰਵੇਸ਼ਨ ਕਿੱਦਾਂ ਮਿਲੂਗੀ ਉਹਨਾਂ ਨੂੰ? ਫਿਰ ਦੂਜਾ ਉੱਥੇ ਜੇ ਅਸੀਂ ਵੱਖਰੀ ਕੌਮ ਨਹੀਂ ਹੈ ਤੇ ਸਾਨੂੰ ਕਿਉਂ ਦਿੱਤਾ ਗਿਆ ਰਾਈਟ ਕਿਰਪਾਨ ਰੱਖਣ ਦਾ ਅਧਿਕਾਰ? ਕਿਉਂ ਦਿੱਤਾ ਗਿਆ? ਕਿਉਂਕਿ ਸਿੱਖ ਇੱਕ ਵੱਖਰੀ ਕੌਮ ਹੈ। ਦੇਖੋ, ਆਪਾਂ ਐਵੇਂ ਕਿਸੇ ਦੇ ਵਿਖਾਵੇ 'ਚ ਆ ਕੇ ਕਿਸੇ ਦੇ ਮਗਰ ਨਹੀਂ ਲੱਗੀਏ। ਗੁਰੂ ਸਾਹਿਬਾਨਾਂ ਤੋਂ ਪੁੱਛੀਏ, ਗੁਰੂ ਦਾ ਇਤਿਹਾਸ ਖੁਦ ਖੋਜੀਏ ਕਿ ਗੁਰੂ ਸਾਹਿਬਾਂ ਨੇ ਸਾਡੇ ਲਈ ਕੀ ਕੀਤਾ। ਗੁਰੂ ਸਾਹਿਬ ਕਿਹਨਾਂ ਲਈ ਲੜੇ? ਨਿਮਾਣਿਆਂ ਲਈ, ਨਿਤਾਣਿਆਂ ਲਈ, ਨਿਰਿਆਸਰਿਆਂ ਲਈ। ਅਸੀਂ ਲੜੇ? ਕੌਣ ਲੜਦਾ? ਕੋਈ ਨਹੀਂ ਲੜਦਾ। ਗੁਰਦੁਆਰੇ ਸ਼ੰਖ ਮਾਰ ਲੱਗ ਗਏ, ਸੋਨਾ ਲੱਗ ਗਿਆ। ਗੁਰੂ ਸਾਹਿਬ ਇਹਨਾਂ ਚੀਜ਼ਾਂ ਨੂੰ ਮਨਾ ਕਰਦੇ ਸੀ। ਗੁਰੂ ਸਾਹਿਬਾਨਾਂ ਨੇ ਇਹਨਾਂ ਚੀਜ਼ਾਂ ਨੂੰ ਰੋੜ ਦਿੱਤਾ। ਉਹ ਕਹਿੰਦੇ ਮੇਰੇ ਸਭ ਕੁਝ ਤਾਂ ਮੇਰੇ ਸਿੱਖ ਵਾਏ, ਮੇਰੇ ਪਾਤਸ਼ਾਹ ਤਾਂ ਇਹ ਆ। ਜਾਨ ਨਾਲੋਂ ਵੱਧ ਕੇ ਉਹਨਾਂ ਨੇ ਸਿੱਖਾਂ ਨੂੰ ਪਿਆਰ ਕੀਤਾ, ਪੁੱਤਾਂ ਨਾਲੋਂ ਵੱਧ ਕੇ ਵੀ। ਪਰ ਜਦੋਂ ਅੱਪਰ ਕਾਸਟਾਂ ਦੇ ਲੋਕ ਕਾਬਜ ਹੋ ਗਏ ਤਾਂ ਫਿਰ ਉਹ ਬ੍ਰਾਹਮਣੀ ਸਿਸਟਮ ਲਾਗੂ ਹੋ ਗਿਆ। ਅੱਜ ਅਸੀਂ ਉਹ ਜਿਹੜਾ ਉਹਨਾਂ ਨੂੰ ਰਾਈਟ ਦਿੱਤਾ ਗਿਆ, ਉਹ ਜਿਹੜਾ ਮਨੂਵਾਦੀ ਬੈਠਾ ਉੱਪਰ, ਉਹਨੂੰ ਪਤਾ ਲੱਗ ਗਿਆ ਵੀ ਜੇ ਕੌਮਾਂ ਇਕੱਠੀਆਂ ਹੋ ਗਈਆਂ, ਅਸੀਂ ਇਹਨਾਂ ਦੀ ਮਸਜਿਦ ਢਾਤੀ ਮੁਸਲਮਾਨਾਂ ਦੀ, ਸਿੱਖ ਨਹੀਂ ਆਏ। ਦਰਬਾਰ ਸਾਹਿਬ ਢਾਤਾ, ਈਸਾਈ ਮੁਸਲਮਾਨ ਨਹੀਂ ਆਏ। ਠੀਕ ਹੈ, ਉਹ ਸਾਨੂੰ ਆਪਸ ਵਿੱਚ ਹੀ ਲੜਾ ਰਿਹਾ ਹੈ। ਹਾਲਾਂਕਿ ਸਿੱਖ ਧਰਮ ਦੇ ਵਿੱਚ ਸਭ ਨੂੰ ਜਗ੍ਹਾ ਆ। ਜਿਨ੍ਹਾਂ ਨੇ ਆਪਣੇ ਆਪਾ ਕੁਰਬਾਨ ਕਰ ਦਿੱਤਾ, ਆਪਾ ਮਾਰ ਦਿੱਤਾ, ਉਹ ਸਿੱਖ ਧਰਮ ਦੇ ਵਿੱਚ ਆ ਗਏ। ਚਾਹੇ ਉਹ ਬਾਬਾ ਫਰੀਦ ਜੀ ਹੋਏ ਆ, ਉਹ ਮੁਸਲਮਾਨ ਸੀਗੇ, ਭਾਈ ਮਰਦਾਨਾ ਜੀ ਹੋਏ, ਪੀਰ ਬੁੱਧੂ ਸ਼ਾਹ ਹੋਏ। ਕਹਿਣ ਦਾ ਮਤਲਬ ਕੀ ਸੀ ਕਿ ਜਿਹੜੇ ਇਨਸਾਨੀਅਤ ਲਈ ਲੜਦੇ ਸੀ ਉਹ ਸਿੱਖ ਸੀ। ਸਿੱਖ ਨੂੰ ਸੰਤ ਸਿਪਾਹੀ ਬਣਾਇਆ ਗਿਆ ਕਿ ਬਿਰਤੀ ਇਹਦੀ ਸੰਤ ਵਾਲੀ ਹੋਊਗੀ, ਭਲਾ ਕਰਨੇ ਵਾਲੀ ਹੋਊਗੀ, ਬਰਾਬਰਤਾ ਦਾ ਇੱਕ ਨਿਗਾਹ ਨਾਲ ਦੇਖਣੇ ਵਾਲਾ, ਇੱਕ ਦ੍ਰਿਸ਼ਟ ਕਰ ਸਮਕਸਰ ਜਾਣੇ, ਇੱਕੋ ਹੀ ਦ੍ਰਿਸ਼ਟੀ ਨਾਲ ਸਾਰਿਆਂ ਨੂੰ ਦੇਖੇ, ਊਚ ਨੀਚ ਜਾਤ ਪਾਤ ਨਾ ਕਰੇ। ਪਰ ਗੁਰੂ ਘਰਾਂ ਦੇ ਵਿੱਚ ਭਾਂਡੇ ਵੱਖਰੇ ਹੋ ਗਏ। ਕਦੇ ਸਿੱਖ ਦੀ ਗੱਲ ਨਹੀਂ ਕਰਦਾ। ਮੈਂ ਇਹ ਗੱਲ ਕਰਦਾ ਆਪਣੇ ਭਰਾਵਾਂ ਨਾਲ। ਦੇਖੋ, ਮੈਂ ਪੜੂੰਗਾ ਸਾਰਿਆਂ ਦੇ ਕਮੈਂਟ, ਸਿੱਖੂੰਗਾ ਸਾਰਿਆਂ ਤੋਂ ਵੀ ਜਿਹੜਾ ਤੁਸੀਂ ਇਹਨਾਂ ਬਾਹਮਣ ਦੇ ਮਗਰ ਲੱਗ ਕੇ ਆਪਣੇ ਭਰਾਵਾਂ ਨਾਲ ਗੱਦਾਰੀਆਂ ਕੀਤੀਆਂ, ਇਹ ਉਹਨਾਂ ਦੇ ਨਤੀਜੇ ਆ।
ਜੇ ਅਸੀਂ ਹੁਣ ਨਾ ਇਕੱਠੇ ਹੋਏ, ਉਹਨਾਂ ਨੇ ਮਕੋਕੇ ਪਕੋਕੇ ਕਾਨੂੰਨ ਬਣਾ ਬਣਾ ਕੇ ਇਹ ਮੁੰਡੇ ਫੇ ਮਾਰ ਦੇਣੇ ਆ, ਮਾਰਨੇ ਉਹਨਾਂ ਨੇ ਸ਼ੁਰੂ ਕਰ ਦੇਣੇ ਆ। ਸੰਵਿਧਾਨ ਦੇ ਵਿੱਚ ਰਹਿ ਕੇ ਆਪਾਂ ਲੜਾਈ ਲੜੀਏ, ਆਪਣੇ ਹੱਕਾਂ ਦੀ ਲੜਾਈ ਲੜੀਏ, ਅਸੀਂ ਆਪਣੇ ਹੱਕਾਂ ਦੀ ਲੜਾਈ ਲੜੀਏ ਔਰ ਆਪਣੇ ਭਰਾਵਾਂ ਨੂੰ ਨਾਲ ਲਈਏ, ਬਣਦਾ ਹਿੱਸਾ ਉਹਨਾਂ ਦਾ ਤੇ ਆਪਣਾ ਲਈਏ। ਠੀਕ ਵਾ ਨਾ ਜੀ? ਜਿਹੜਾ OBC ਦਾ ਹਿੱਸਾ ਬਣਦਾ ਉਹ ਵੀ ਲਈਏ, ਉਹ ਵੀ ਬਾਹਮਣ ਖਾ ਰਿਹਾ। ਹੁਣ ਗੱਲ ਇੱਥੇ ਆਈ ਵੀ ਜਿਹੜਾ ਉਹ ਆਪਾਂ ਰੋਸ ਮਾਰਚ ਕੀਤਾ ਕਿ ਉਹ ਸੰਵਿਧਾਨ 'ਚ ਛੇੜਛਾੜ ਹੋ ਰਹੀ ਹੈ, ਜਿਹੜੀਆਂ ਬਾਹਮਣ ਦੀਆਂ ਦਿੱਤੀਆਂ ਗਾਲੀਆਂ ਆ, ਗਾਲਾਂ ਦਿੱਤੀਆਂ ਗਈਆਂ, ਜਾਤਾਂ ਦੇ ਨਾਂ ਤੇ ਗਾਲਾਂ ਦਿੱਤੀਆਂ ਗਈਆਂ, ਤੇ ਉਹਨਾਂ ਦੇ ਉੱਤੇ ਕੋਈ ਕਾਨੂੰਨ ਬਣਾਏ ਗਏ ਕਿ ਕਿਸੇ ਨੂੰ ਗਿਲਟੀ ਫੀਲ ਨਾ ਹੋਵੇ, ਕਿਸੇ ਨੂੰ ਅਹਿਸਾਸ ਨਾ ਕਰਾਇਆ ਕਰੇ। ਨੀਚ ਜਿਹੜਾ ਸ਼ਬਦ ਆ ਨਾ, ਹੈਗੇ ਅਸੀਂ ਵੀ ਸ਼ੂਦਰ, ਉਹਨੇ ਛੂਤ ਤੇ ਅਛੂਤ ਬਣਾ ਦਿੱਤੇ। ਜਿਨ੍ਹਾਂ ਨੇ ਗੁਲਾਮੀ ਐਕਸੈਪਟ ਕਰ ਲਈ ਉਹ ਨਾਲ ਲੜਾ ਲਿਆ ਉਹਨੇ, ਉਹ ਕਹਿੰਦਾ ਚੱਲ ਤੂੰ ਆ ਜਾ ਇੱਧਰ, ਮੇਰੇ ਅੰਡਰ ਰਹਿ ਕੇ ਕੰਮ ਕਰ, ਪਰ ਇਹਨਾਂ ਤੋਂ ਦੂਰ ਰਹੀ ਉਹ, ਕਿਉਂਕਿ ਉਹਨਾਂ ਨੇ ਗੁਲਾਮੀ ਐਕਸੈਪਟ ਨਹੀਂ ਕੀਤੀ। ਭਾਰਤ ਦੇਸ਼ ਕਿਹਦਾ ਸੀ ਇਹ? ਉਹਨਾਂ ਨੇ ਭਾਰਤ ਦਾ ਨਾਂ ਹਿੰਦੁਸਤਾਨ ਬਣਾ ਦਿੱਤਾ, ਪਰ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ ਨੇ ਹਿੰਦੁਸਤਾਨ ਨਹੀਂ ਲਿਖਿਆ, ਇੰਡੀਆ ਭਾਰਤ ਲਿਖਿਆ। ਇੱਥੇ ਆਜ਼ਾਦੀ ਦਿੱਤੀ, ਹਰ ਇੱਕ ਨੂੰ ਆਪਣਾ ਕੋਈ ਵੀ ਧਰਮ ਮੰਨ ਸਕਦਾ ਹੈ। ਖੁਦ ਉਹਨਾਂ ਨੇ ਹਿੰਦੂ ਧਰਮ ਨੂੰ ਛੱਡ ਦਿੱਤਾ, ਬੁੱਧ ਧਰਮ ਚਲੇ ਗਏ, ਪਰ ਉਹਨਾਂ ਨੇ ਇਹ ਥੋੜ੍ਹਾ ਕਿਹਾ ਵੀ ਤੁਸੀਂ ਸਾਰੇ ਬੁੱਧ ਹੀ ਬਣ ਜਾਓ। ਧਾਰਮਿਕ ਆਜ਼ਾਦੀ। ਸੰਵਿਧਾਨ ਕੀ ਹੁੰਦਾ? ਸਾਰਿਆਂ ਲਈ ਇਨਸਾਨਾਂ ਵਾਲੇ ਕਾਨੂੰਨ ਬਣਾਏ ਜਾਣ, ਜਿਹਦੇ ਵਿੱਚ ਅਸੀਂ ਕਾਨੂੰਨ ਪ੍ਰਣਾਲੀ ਦੇ ਵਿੱਚ ਰਹਿ ਕੇ ਜਾਣੀ ਕਿ ਆਪਣੇ ਦੇਸ਼ ਪ੍ਰਤੀ ਕੰਮ ਕਰ ਸਕੀਏ। ਹੁਣ ਬਾਹਰਲਿਆਂ ਮੁਲਕਾਂ ਜਾ ਕੇ ਤੁਸੀਂ ਕਾਨੂੰਨ ਫੋਲੋ ਕਰਦੇ ਆ, ਉੱਥੇ ਵੀ ਕਿਹੜਾ ਰੱਬ ਆ? ਜਿਹੜਾ ਕੈਨੇਡਾ, ਅਮਰੀਕਾ, ਯੂਰਪ ਜਾਂ ਹੋਰ ਕੰਟਰੀਆਂ 'ਚ ਜਾਂਦੇ ਆ, ਅਰਬ ਕੰਟਰੀਆਂ 'ਚ, ਉੱਥੇ ਕਿਹੜਾ ਰੱਬ ਆ ਜਿਹੜਾ ਸਾਡੇ ਕੋਲ ਹੈ ਨਹੀਂ? ਉਹਨਾਂ ਕੋਲ ਟਰੁੱਥ ਆ, ਉਹ ਨਿਯਮਾਂ ਦੀ ਪਾਲਣਾ ਕਰਦੇ ਆ। ਅਸੀਂ ਵਿਖਾਵੇ ਦੇ ਆ ਸਿੱਖ, ਪਹਿਰਾਵੇ ਦੇ ਸਿੱਖ ਹਾਂ ਅਸੀਂ ਪਾਠ ਕਰ ਕਰਕੇ ਦੱਸਦੇ ਹਾਂ, 4-4 ਸਪੀਕਰ ਲੱਗੇ ਹੋ ਆ, ਇੱਕ ਦੂਜੇ ਤੋਂ ਉੱਪਰ ਜਾਂਦੇ ਆ, ਪੜ੍ਹ ਪੜ੍ਹ ਕੇ ਗੱਡੇ ਲੱਦਦੇ ਆ। ਕੋਈ ਵਿਚਾਰ ਹੀ ਨਹੀਂ ਹੈਗੀ ਬਾਣੀ ਦੀ। ਬਾਣੀ ਸਾਨੂੰ ਕੀ ਕਹਿੰਦੀ ਹੈ? ਗੁਰੂ ਸਾਹਿਬ 500 ਸਾਲ ਪਹਿਲਾਂ ਜਿਹੜੀਆਂ ਗੱਲਾਂ ਕਰਦੇ, ਸਾਇੰਸ ਅੱਜ ਕਹਿੰਦੀ ਹੈ, ਤੇ ਕੀ ਗੱਲ ਅਸੀਂ ਨਹੀਂ ਸੀ ਗਾਹਾਂ ਸੋਚਣਾ? ਸਾਡੇ ਗੁਰਦੁਆਰੇ ਜਿਹੜੇ ਸਿੱਖੀ ਦੇ ਸਕੂਲ ਬਣਦੇ, ਉਹ ਲਾਇਕ ਬੱਚਿਆਂ ਨੂੰ ਸਪਾਂਸਰ ਕਰਦੇ, ਗਰੀਬਾਂ ਦੇ ਬੱਚਿਆਂ ਨੂੰ ਪੜ੍ਹਾਉਂਦੇ, ਉਹਨਾਂ ਦਾ ਇਲਾਜ ਕਰਦੇ, ਉਹ ਨਾ ਜਾਂਦੇ ਡੇਰਿਆਂ 'ਚ। ਕਸੂਰ ਕਿਹਦਾ? ਗੁਰੂ ਨੇ ਕਦ ਕਿਹਾ ਸੰਖ ਮਰਮਰ ਲਾਉਣ ਨੂੰ, ਸੋਨੇ ਦੇ ਕਲਸ਼ ਚੜਾਉਣ ਨੂੰ? ਗੁਰੂ ਨੇ ਤਾਂ ਨਹੀਂ ਕਿਹਾ। ਜੋ ਫਿਰ ਹਿੰਦੂ ਕਰਦੇ ਮੰਦਿਰਾਂ 'ਚ, ਉਹੀ ਸਿੱਖ ਕਰਨ ਲੱਗ ਪਏ। ਇਹ ਪੂਜਾ ਦਾ ਧਾਨ ਜਿਹੜਾ ਗੋਲਕਾਂ, ਇਹ ਲੜਾਈ ਦਾ ਕਾਰਨ ਬਣ ਗਏ। ਜੇ ਅੱਜ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਲਾਗੂ ਨਹੀਂ ਹੋਣ ਦਿੱਤਾ, ਕੇਸਾਧਾਰੀ ਬ੍ਰਾਹਮਣ ਨੇ ਗੁਰੂ ਗ੍ਰੰਥ ਸਾਹਿਬ ਨੂੰ ਸਿੱਖ ਮਿਸ਼ਨ ਦੇ ਵਿੱਚ ਲਾਗੂ ਨਹੀਂ ਹੋਣ ਦਿੱਤਾ, ਲਾਗੂ ਨਹੀਂ ਹੋਣ ਦੇਣਾ ਉਹਨੇ, ਕਿਉਂਕਿ ਗੁਰੂ ਗ੍ਰੰਥ ਸਾਹਿਬ ਜੇ ਲਾਗੂ ਹੁੰਦੇ ਆ ਤਾਂ ਸਾਰਿਆਂ ਨੂੰ ਬਰਾਬਰਤਾ ਦਾ ਅਧਿਕਾਰ ਮਿਲਦਾ, ਬਰਾਬਰਤਾ ਦਾ। ਕੋਈ ਜਾਤ ਨਹੀਂ, ਕੋਈ ਪਾਤ ਨਹੀਂ, ਇੱਕ ਪਿਤਾ ਇੱਕ ਕੇ ਹਮ ਬਾਰਕ, ਕੋਈ ਉੱਚਾ ਨਹੀਂ ਕੋਈ ਨੀਵਾਂ ਨਹੀਂ, ਇੱਕ ਥਾਂ ਬੈਠ ਕੇ ਛਕਣਾ, ਇੱਕ ਥਾਂ ਨਹਾਉਣਾ, ਇੱਕ ਸਿਧਾਂਤ। ਪਰ ਉਹ ਲਾਗੂ ਨਹੀਂ ਹੋਣ ਦਿੰਦਾ। ਉਹ ਕਹਿੰਦਾ ਬਸ ਤੁਸੀਂ ਪੂਜਾ ਕਰੋ, ਰੁਮਾਲੇ ਚੜਾਓ, ਪਰ ਵਿਚਾਰੋ ਨਾ। ਸਾਡੇ ਬੱਚਿਆਂ ਨੂੰ ਇਹ ਕਿਹਾ ਗਿਆ ਵੀ ਬਸ ਤੁਸੀਂ ਆ ਬਾਣੀ ਪੜ੍ਹਨੀ ਆ ਬਸ। ਉਹ ਬੱਚਿਆਂ ਨੇ ਕਿਹਾ ਵੀ ਠੀਕ ਹੈ, ਇਹਨਾਂ ਮਾਂ ਬਾਪ ਖੁਸ਼ ਹੋ, ਪਰ ਜਦੋਂ ਬੜੇ ਹੁੰਦੇ ਆ ਉਹਨਾਂ ਨੂੰ ਬਾਣੀ ਦੀ ਸਮਝ ਹੀ ਨਹੀਂ ਹੁੰਦੀ, ਕਿਉਂਕਿ ਸਕੂਲਾਂ ਦੇ ਵਿੱਚ ਬਾਣੀ ਲੱਗੀ ਨਹੀਂ, ਪੜ੍ਹਾਈ ਨਹੀਂ ਗਈ। ਇਹ ਕਿਉਂ ਹੋਇਆ? ਇਹ ਅੰਗਰੇਜ਼ਾਂ ਨੂੰ ਵੀ ਪਤਾ ਸੀ ਵੀ ਸਿੱਖ ਧਰਮ ਦੇ ਵਿੱਚ ਬਹੁਤ ਵਿਸ਼ਾਲਤਾ ਆ। ਜੇ ਇਹਨਾਂ ਨੂੰ ਸਾਰੀਆਂ ਗੱਲਾਂ ਆਪਣੇ ਗੁਰੂ ਵਾਲੀਆਂ ਪਤਾ ਲੱਗ ਗਈਆਂ, ਇਹਨਾਂ ਤਾਂ ਸਾਡੇ ਨਾਲੋਂ ਵੀ ਉੱਪਰ ਦੀ ਚੱਲਣਾ। ਉਹਨਾਂ ਨੇ ਆਪਣੀਆਂ ਫੌਜਾਂ ਵਿੱਚੋਂ ਇਹ ਬ੍ਰਹਮ ਗਿਆਨੀ ਭੇਜੇ, ਕਿਉਂਕਿ ਕਰਾਮਾਤ ਨਾਲ ਸਾਡੇ ਲੋਕ ਛੇਤੀ ਜੁੜ ਜਾਂਦੇ ਸੀ। ਅਨਪੜ੍ਹ ਜੋ ਸੀ, ਪੱਥਰਾਂ ਦੇ ਤਾਂ ਪੁਜਾਰੀ ਸੀ ਇਹ। ਗੁਰੂ ਸਾਹਿਬ ਨੇ ਪੱਥਰਾਂ ਨਾਲ ਤੋੜਿਆ, ਸਰੀਰਾਂ ਨੂੰ ਪੂਜਣ ਲੱਗ ਪਏ। ਜੇ ਪੂਜਾ ਹੀ ਕਰਾਉਣੀ ਸੀ ਤਾਂ ਗੁਰੂ ਸਾਹਿਬ ਆਪਣੀ ਕਰਾ ਸਕਦੇ ਸੀ, ਪਰ ਗੁਰੂ ਸਾਹਿਬ ਨੇ ਸੱਚ ਨਾਲ ਜੋੜਿਆ। ਜਿਹੜਾ ਗੁਰੂ ਦਾ ਸਿਧਾਂਤ ਸੀਗਾ ਉਹ ਤਾਂ ਬਿਲਕੁਲ ਹੀ ਖਤਮ ਕਰਤਾ। ਗੁਰੂ ਦੀ ਗੋਲਕ, ਗਰੀਬ ਦਾ ਮੂੰਹ, ਖਤਮ।
ਕੋਈ ਗੁਰਦੁਆਰਾ ਬੱਚਿਆਂ ਨੂੰ ਸਪਾਂਸਰ ਨਹੀਂ ਕਰ ਰਿਹਾ। 4-4 ਗੁਰਦੁਆਰੇ ਬਣ ਸਕਦੇ ਆ। ਸਾਡੇ ਜਿਹੜੇ ਪ੍ਰਚਾਰਕ ਸੀ ਉਹਨਾਂ ਨੇ ਪ੍ਰੋਫੈਸ਼ਨ ਲੈ ਲਿਆ ਉਹਨੂੰ। ਜਿੱਦੇ ਗੰਗਾ ਗਏ ਗੰਗਾ ਦਾਸ, ਜਮਨਾ ਗਏ ਜਮਨਾ ਦਾਸ। ਜਿੱਦਾਂ ਦੇ ਬ੍ਰਹਮ ਗਿਆਨੀ ਦੀ ਵਰਸੀ ਉੱਦਾਂ ਦੀਆਂ ਸਿਫਤਾਂ ਕਰਕੇ ਆ ਗਏ। ਜਿਹੜਾ ਸਭ ਤੋਂ ਵੀਕ ਪੁਆਇੰਟ ਸਿੱਖ ਧਰਮ 'ਚ ਹੋਇਆ ਹੈ, ਉਸ ਵੇਲੇ ਵਿਹਲੜ ਲੋਕ, ਮਸੰਦ ਲੋਕ ਜਿਹੜੇ ਸੀ, ਲੋਕਾਂ ਨੂੰ ਠੱਗ ਰਹੇ ਸੀ। ਖਾਣਾ ਆਪ ਸੀ ਨਾ ਠਾਕਰ ਦਾ। ਉਹੀ ਚੀਜ਼ਾਂ ਸਿੱਖਾਂ ਨੇ ਗਾਣੀਆਂ ਸ਼ੁਰੂ ਕਰਤੀਆਂ। ਨਰਕ ਸਵਾਰ ਦੇ ਕੰਸੈਪਟ ਸਿੱਖਾਂ ਨੇ ਬਣਾ ਲਏ। ਸੂਤਕ ਪਾਤਕ ਸਿੱਖਾਂ ਨੇ ਵੀ ਬਣਾ ਲਏ। ਸਭ ਕੁਛ ਕਰਮਕਾਂਡ ਸਿੱਖਾਂ ਨੇ ਵੀ ਬਣਾ ਲਏ। ਫਿਰ ਅਸੀਂ ਕਿੱਦਾਂ ਕਹਿ ਸਕਦੇ ਅਸੀਂ ਸਿੱਖ ਹਾਂ? ਗਲਤੀਆਂ ਸਾਡੇ 'ਚ ਅਸੀਂ ਐਕਸੈਪਟ ਹੀ ਨਹੀਂ ਕਰਦੇ। ਮਹਾਰਾਜ ਨੇ ਉਸ ਵੇਲੇ ਕਿਹਾ ਕਿ ਜੇ ਤੁਸੀਂ ਬਣਨਾ ਹੈ ਨਾ ਕੁਛ, ਹਮਨੇ ਚੰਗੇ ਬੁਰਾ ਨਹੀਂ ਕੋਏ। ਗੁਣਾਂ ਦੀ ਸਾਂਝ ਕਰੋ ਤੁਸੀਂ, ਤੁਹਾਨੂੰ ਪਤਾ ਲੱਗ ਜਾਣਾ। ਸਿੱਖਣ ਦਾ ਧਰਮ ਬਣਾਇਆ ਸਾਡਾ, ਪਰ ਅਸੀਂ ਆਪਣੇ ਗੁਰੂ ਦੇ ਸਿਧਾਂਤ ਨੂੰ ਭੁੱਲ ਗਏ। ਕਿਸੇ ਜਥੇਬੰਦੀ ਨਾਲ ਨਹੀਂ, ਕਿਸੇ ਪਾਰਟੀ ਨਾਲ ਨਹੀਂ, ਸਧਾਰਨ ਸਿੱਖਾਂ ਨੰਬਰ ਦੇ ਕੇ ਗੱਲ ਕਰਦਾ। ਹੋ ਸਕਦਾ ਮੈਨੂੰ ਕਈਆਂ ਨੇ ਪੜਾਸ ਵੀ ਕੱਢਣੀ ਹੋਵੇ, ਜੀ ਸਦਕੇ ਗਾਲਾਂ ਵੀ ਕੱਢ ਸਕਦਾ ਉਹ, ਕਿਉਂਕਿ ਗਾਲੀ ਉਹ ਜੇ ਮੇਰੀ ਮਾਂ ਨੂੰ ਕੱਢੂਗਾ, ਜੇ ਤਾਂ ਉਹ ਸਿੱਖ ਆ ਤਾਂ ਉਹਦੀ ਉਹ ਮਾਂ ਆ। ਜੇ ਭੈਣ ਨੂੰ ਕੱਢੂਗਾ ਉਹ, ਕਿਉਂਕਿ ਗੁਰੂ ਸਾਹਿਬ ਕਹਿੰਦੇ ਨਾ, ਪਰ ਬੇਟੀ ਕੋ ਬੇਟੀ ਜਾਣੇ, ਠੀਕ ਹੈ ਨਾ, ਮਾਤ ਬਖਾਨੇ। ਇਹ ਸਭ ਕੁਝ ਗੁਰੂ ਸਾਹਿਬ ਨੇ ਤਾਂ ਕਹਿ ਦਿੱਤਾ। ਸਿੱਖ ਦਾ ਤਾਂ ਕਰੈਕਟਰ ਹੀ ਬਹੁਤ ਉੱਚਾ ਸੀ। ਪਰ ਆਪਾਂ ਦੇ ਅੰਦਰ ਕੀ ਗੱਲ ਆ ਗਈ ਕਿ ਆ ਦਾੜੀ, ਕੇਸ, ਸਿਰ ਤੇ ਦਸਤਾਰ, ਇਹੀ ਸਿੱਖੀ ਹੈ। ਉਹ ਇਹ ਤਾਂ ਜਿਹਨਾਂ ਨੇ ਠੱਗ ਉਹ ਵੀ ਰੱਖੀ ਫਿਰਦੇ ਆ। ਇਹ ਜਿਹੜੇ ਗਦਾਰਵਾਏ ਤਾਂ ਉਹ ਵੀ ਰੱਖੀ ਫਿਰਦੇ ਆ। ਉਹ ਕਿਹੜੀ ਸਦੀ ਚੱਲ ਰਹੀ ਹੈ? ਇੱਕ ਵਿਗਿਆਨਕ ਧਰਮ ਨੂੰ ਤੁਸੀਂ ਕੀ ਬਣਾਤਾ? ਅੱਜ ਲੜਾਈ ਹੋ ਰਹੀ ਹੈ। ਸਿੱਖਾਂ ਦਾ ਤਾਂ ਆਪਣੇ ਭੰਬਲ ਭੂਸਾ ਪਿਆ ਆ। ਜੇ ਕੋਈ ਸੱਚ ਦੀ ਗੱਲ ਕਰਦਾ ਹੈ, ਇਹ ਜੀ ਕਮਿਊਨਿਸਟ ਆ, ਇਹ ਤਾਂ ਮੰਨਦਾ ਹੈ ਕਿਸੇ ਨੂੰ ਨਹੀਂ। ਰੱਬ ਨੂੰ ਮੰਨ ਕੇ ਕੋਈ ਫਰਕ ਨਹੀਂ ਪੈਣਾ, ਰੱਬ ਨੂੰ ਨਾ ਮੰਨ ਕੇ ਕੋਈ ਫਰਕ ਨਹੀਂ ਪੈਣਾ। ਬਸ ਉਹਦੀ ਗੱਲ ਮੰਨਣੀ ਹੈ, ਉਹਦਾ ਨਿਯਮ ਮੰਨਣਾ ਹੈ। ਬਾਪੂ ਦੀ ਗੱਲ ਮੰਨੋ, ਮੰਨੇ ਕੀ ਗੱਤ ਕਹੀ ਨਾ ਜਾਏ। ਹੁਣ ਜੇ ਨੇ ਮੰਨਣਾ ਨਹੀਂ, ਉਹਦਾ ਦਿਮਾਗ ਘੜ ਨਹੀਂ ਹੋਣਾ, ਉਹਦੀ ਸੁਰਤੀ ਘੜ ਨਹੀਂ ਹੋਣੀ। ਘੜੀਏ ਸੁਰਤ, ਮਤ, ਮਨ, ਬੁੱਧ। ਹੁਣ ਮੰਨਣ ਤੋਂ ਬਾਅਦ ਇਹ ਘੜ ਹੋਣੀ ਹੈ। ਹੁਣ ਸਵੇਰੇ ਉੱਠੇ ਬਾਣੀ ਪੜ੍ਹੀ, ਬਸ ਸ਼ਾਮ ਉੱਠੇ ਬਾਣੀ ਪੜ੍ਹੀ। ਬਾਹਮਣ ਤਾਂ ਚਾਹੁੰਦਾ ਇਹ ਵੀ ਇਹ ਗੱਲ ਨੂੰ ਸਮਝਣ ਨਾ, ਮੰਤਰ ਉਚਾਰਨ। ਪੜ੍ਹੋ, ਇੱਕ ਇੱਕ ਸ਼ਬਦ ਨੂੰ ਵਿਚਾਰੋ ਵੀ ਗੁਰੂ ਸਾਹਿਬ ਨੇ ਕੀ ਕਿਹਾ। ਸਿੱਖ ਨੇ ਕਰਨਾ ਕੀ ਹੈ? ਸਿੱਖ ਨੂੰ ਕਿਸੇ ਦੀ ਲੋੜ ਹੀ ਨਹੀਂ। ਜਿਹਦੇ ਕੋਲ ਗੁਰੂ ਹੈਗਾ ਹੈ, ਅਸੀਂ ਸਟੂਡੈਂਟ ਕਹਿੰਦੇ ਹਾਂ ਸ਼ਬਦ ਗੁਰੂ ਦੇ। ਸੁਰਤ ਤੋਂ ਚੇਲਾ, ਸੁਰਤੀ ਨੂੰ ਸਟੂਡੈਂਟ ਬਣਾਉਣਾ ਹੈ, ਸਰੀਰ ਨੂੰ ਤਾਂ ਬਣਾਉਣਾ ਨਹੀਂ। ਜਦੋਂ ਤੁਹਾਡੀ ਸੁਰਤੀ ਸਿੱਖ ਬਣੀ, ਫਿਰ ਇਹ ਤੁਹਾਡਾ ਸਰੀਰ ਸਿੱਖ ਬਣਨਾ ਹੈ। ਅਸੀਂ ਕਿਸੇ ਸਰੀਰ ਨੂੰ ਫੋਲੋ ਨਹੀਂ ਕਰਦੇ, ਕਿਉਂਕਿ ਸਰੀਰ ਜਿਹੜਾ ਆ ਉਹ ਡਰ ਦੇ ਵਿੱਚ ਤੇ ਲਾਲਚ ਵਿੱਚ ਆ ਜਾਂਦਾ ਹੈ। ਬ੍ਰਾਹਮਣ ਮਨੂ ਕਦੋਂ ਡਰ ਚ ਆਉਂਦਾ ਹੈ? ਜਦੋਂ ਅਸੀਂ ਇਕੱਠੇ ਹੁੰਦੇ ਹਾਂ। ਇਕੱਠੇ ਕਦੋਂ ਹੁੰਦੇ ਹਾਂ? ਹੁਣ ਸਾਨੂੰ ਪਤਾ ਲੱਗਦਾ ਵੀ ਕਿਸੇ ਜ਼ੁਲਮ ਹੁੰਦਾ ਹੈ। ਪੰਜਾਬ 'ਚ ਘੱਟ ਹੁੰਦਾ, ਗੁਰੂ ਸਾਹਿਬ ਦੀ ਕਿਰਪਾ ਹੈ। ਹੁੰਦਾ ਹੈਗਾ, ਪਰ ਹੋਰ ਸਟੇਟਾਂ 'ਚ ਜ਼ਿਆਦਾ ਹੁੰਦਾ। ਪੰਜਾਬ 'ਚ ਹਾਲੇ ਘੱਟ ਆ, ਕਿਉਂਕਿ ਗੁਰੂ ਸਾਹਿਬ ਦੀ ਹਾਲੇ ਕਿਰਪਾ ਆ। ਗੁਰੂ ਗ੍ਰੰਥ ਸਾਹਿਬ ਦਾ ਸਿਧਾਂਤ ਹੈ, ਪਰ ਕਈਆਂ ਸਟੇਟਾਂ 'ਚ ਬਹੁਤ ਜ਼ਿਆਦਾ ਬਲਾਤਕਾਰ ਕੀਤੇ ਜਾਂਦੇ। ਗਰੀਬਾਂ ਦੇ, ਦਲਿਤਾਂ ਦੇ ਨਿਆਣਿਆਂ ਨੂੰ ਮਾਰਿਆ ਜਾਂਦਾ ਹੈ, ਕੁੱਟਿਆ ਜਾਂਦਾ, ਘੋੜੀ ਤੇ ਬਹਿਣ ਨਹੀਂ ਦਿੱਤਾ ਜਾਂਦਾ ਹੈ। ਇਹ ਉਹਨਾਂ ਵਾਸਤੇ ਕਾਨੂੰਨ ਬਣੇ ਸੀ ਵੀ ਇਹਨਾਂ ਨੂੰ ਤੰਗ ਨਾ ਕੀਤਾ ਜਾਵੇ। ਉਹ ਕਾਨੂੰਨ ਬਦਲੇ ਜਾ ਰਹੇ ਆ। ਜੇ ਕੱਲ ਨੂੰ ਇਹ ਆ ਜਾਵੇ ਕਾਨੂੰਨ, ਜਿੱਦਾਂ ਅੱਜ ਅਸੀਂ ਉਹਨਾਂ ਦੇ ਨਾਲ ਖੜ ਗਏ ਜਾ ਕੇ, ਜ਼ਿਮੀਂਦਾਰਾਂ ਦੇ ਕੋਲੋਂ ਜਿਹੜੀ ਜ਼ਮੀਨ ਹੈ ਉਹ ਲਈ ਜਾਵੇ, ਹੈਗਾ ਤਾਂ ਗੌਰਮੈਂਟ ਦਾ ਇਹ ਸਭ ਕੁਛ, ਤਾਂ ਫਿਰ ਸਾਨੂੰ ਕਿੱਦਾਂ ਦਾ ਲੱਗੂ? ਇਹ ਸੋਚਣ ਦੀ ਗੱਲ ਹੈ ਵੀਰੋ। ਉਹਨਾਂ ਨੂੰ ਕੀ ਆ? ਉਹਨਾਂ ਨੂੰ ਤਾਂ ਫੇਰ ਵੀ ਪੜ੍ਹ ਕੇ ਨੌਕਰੀ ਮਿਲਣੀ ਹੈ। ਅਸੀਂ ਕਿੱਥੋਂ ਲਿਖਾ ਕੇ ਲਿਆਏ ਆ ਰੱਬ ਤੋਂ ਧੁਰੋਂ? ਉਹਨਾਂ ਨੂੰ ਗੱਲ ਨਹੀਂ ਮਿਲੀ ਜੋ ਸਾਨੂੰ ਪੁੱਛਣ। ਪਰ ਸਾਨੂੰ ਵੀ, OBC ਨੂੰ ਵੀ ਰਿਜ਼ਰਵੇਸ਼ਨ ਹੈ, ਪਰ ਸਾਡਾ ਹਿੱਸਾ ਉਹ ਬਾਹਮਣ ਖਾਈ ਜਾਂਦਾ। ਸਾਨੂੰ ਉਹਨੇ ਅਨਪੜ੍ਹ ਬਣਾਤਾ, ਸਾਨੂੰ ਆਪਣੇ ਭਰਾਵਾਂ ਦੇ ਦੁਸ਼ਮਣ ਬਣਾਤਾ। ਅਸੀਂ ਖੇਤਾਂ 'ਚ ਕੰਮ ਕਰਕੇ ਜ਼ਮੀਨੀ ਟੱਟੂ ਬਣਾਤਾ, ਸਾਨੂੰ ਚੱਟ ਬੂਟ ਜ਼ਮੀਨੀ ਟੱਟੂ। ਆੜਤੀ ਕੋ ਜਾ ਕੇ ਹੱਥ ਜੋੜਦੇ ਅਸੀਂ, ਚਮਲਾ ਕੇ ਸਾਨੂੰ ਕਰਜ਼ਿਆਂ ਦੇ ਥੱਲੇ ਕਰ ਦਿੱਤਾ। ਫਾਹੇ ਲੈ ਕੇ ਅਸੀਂ ਮਰਦੇ ਹਾਂ।
फिर कहने साडा साथ नहीं दिंदे। साथ कितना दईए? साथ कौन दवे? असीं तो लड़ना सी उन्हां दी गरीबां दी निमाणिਆਂ नताड़िਆਂ ने लड़ना सी। ਅਸੀਂ किहनूं खुश करदे रज्जिਆਂ ਨੂੰ रजा के? बाबे नानक ने भुखिਆਂ ਨੂੰ, गरीबां ਨੂੰ, बेसहारिਆਂ ਨੂੰ ਉਹਨਾਂ ਦੀ मदद की। इतिहास है साडा, सच्चा इतिहास। पर असीं ਉਹਨੂੰ भुल गए। उन्होंने तो बलियां गधारियां, सज्जण ठगना, कौडे राक्षां नूं बंदे बनाता। ਉਹੀ तो साडे भरा साडे कोल विछड़े हो आ, दरकारे हो आ, हिक नाल आउणे आ असीं। ਉਹ मैं एक सधारण जिहा सिख उन्हां दे विच खड़ गया, उन्हां नूं चाह चढ़ गया यार सिख भरा साडे नाल खड़ गए, इत्थे 2-4 मुसलमान खड़ जाण, बाहमण तां जींदा मर जाऊ। ਉਹੀ ਤਾਂ ਹੋਏ इकट्ठे मुसलमान, ईसाई, सिख। ईसाइयां दे चर्च जाल दिते, ईसाई मारते, मुसलमान मारते गुजरात दे विच, दिल्ली दे विच सिख मार दिते, कोई इंसाफ नहीं। अकाल तख्त ढह ढेरी कर दिता, मुंडे शहीद कर दिते। साडे दवल्ले मुंडे साडे ही मरे। ਉਹ ਜਿਹੜੇ ਭਰਤੀਆਂ 'ਚ ਹੋਏ ਸੀ पुलिस 'ਚ, ਉਹ कित्थों ਉੱਪਰੋਂ ਆਏ ਸੀ? ਮਾਮਣਾ ਤਾਂ ਸੀਗੇ ही नहीं कोई, अपने सीगे। दवल्ले अपने मर गए, हुण भी अपने मरने आ। जे तुसीं बाहमण दी मनु दी कुहाड़ी दे दसते ना बनो तो साडा कुछ नहीं बिगाड़ सकदा। असीं 85% वां। असीं 2-2% कह के अपने आप की गिणती घटा लई। असीं पूरे भारत नूं सिख बना सकदे सी, कला विच लेना पैंदा। कदे सिगली गरां दी सार लई असीं? गुरु साहब नूं शास्त्र बना के दिंदे सी। नहीं, ईगो। हुण भी कईयां ने अपनी ईगो शांत करनी, कर सकदे। मैं नंबर भी दित्ता, मैनूं कुछ भी कह सकदे, मैं सुणन नूं तैयार हां। मैनूं पता है असीं भी उस उलझ बुण दे विच फसे होए सी भी यार मिलदा भी कुछ नहीं, संघर्ष भी करदे आ। पर गुरु साहब ने कहा भी तैनूं मैं तां दस के गया सी भी इन गरीब सिखन को द्यों पातशाही, इनकी इस कृपा से सजे हम हैं। 4 मुँहे तो क्या हुआ, जीवत कई हजार। ये गरीब सिख, ये रंगरेटे गुरु दे बेटे, मजहबी सिख, ये मेरे आए, उन्होंने गल नहीं लाया। ये दुख हुआ। मनु दी कुहाड़ी दे दस्ते ना बनो। कुछ लोग हैगे आ, उहदे खरीदियो, बिल्कुल इंटरनेट दे उत्ते भी खरीदियो आ। इंटरनेट ते बंदे उन्होंने खरीदियो आ, ਜਿਹੜੇ ਸਾਨੂੰ लड़ा रहे आ। वो एक वीर नूं लैके वो मीडिया ने होर कोई खबर नहीं दिखाई कि पंजाब शांति ना प्रोटेक्शन हुई। वो एक अमरधारी की वो वीडियो दिखा ली, वो खुद बेचारे ने स्पष्टीकरण दिता कि मेरा कोई दिल भर जाए ना, कोई भी दुआ नहीं, रौला नहीं है। मीडिया सानू रोज़ हिंदू, मुसलमान, ईसाई, बोधी, सिखां दे झगड़ियां च फसाउंदा है, लड़ाउंदा है। सिखो, असीं जोर ला लैंदे, सिरसे वाले दा बाल नहीं सी विंगा कर सकदे। पर जदों ताकत कोर्ट ने, सुप्रीम कोर्ट ने दिखा ली, जदों कानून ने बड़ा काम किया, झक के उहनूं जेल छड्ड दिता। कानून है गलत हत्थां दे विच, पर काम करदा है। 5-7 शरीर भी ईमानदार असीं राजनीति च लै गए, क्योंकि उन्होंने पता पे हुण आउणे आ कि लोग जागरक हो गया। जिहड़ी EVM मशीन है ना, ये उहदा लास्ट हथियार सीगा, जिहड़ा तुसीं समझ नहीं सके। जिन्हां दीयां सरकारां हुंदियां ना, अफसर भी उन्हां दे हुंदे आ, ये चोण कमीशन भी उन्हां दा ही है। पर सानू मरना पैना है, सानू ये कहना पैना भी असीं EVM मशीन दे उत्ते वोट नहीं पाउणी, असीं बैल्ट पेपर ते वोट पाउणी है। सॉफ्टवेयर नूं कौन नहीं हैक कर सकदा। वोट किसे नूं पाउने आ, पैंदी किते जा गए आ। इन्ना ही किते दुनिया ते मोदी ने कुर्बानियां कीतियां कि उहनूं इन्ने लाइक कर रहे लोग। मुसलमान भी मोदी नूं इन्ना लाइक करन लग पए, किड्डियां क मसीतां बनाईयां उहने। वो EVM मशीन जिहड़ी आ, वो इसे करके लिआंदी गई आ। तुहाडे मोहरे भावें जो मर्जी सिद्ध कर देण, EVM मशीन ते जो मर्जी सिद्ध कर देण भी ये जी इदां जी, आ बत्ती आ जी, आ वोट पै गई तुहानूं, ना बैल्ट पेपर ते। शूदरो, तुसीं शूदर हो, तुहानूं शूदर मनदा है, जुत्ती दी नोक ते रखदा सानूं। वो जो तुसीं इकट्ठे उन्हां दी हिम्मत नहीं पैंदी सानूं मारन दी। जो सिख, मुसलमान, ईसाई, बोधी, बिडकरी सारे एक थे इकट्ठे होते, ओदी हिम्मत नहीं पैंदी सानूं हत्थ पाउण दी। 2 भरा लड़े होण ना तां पग नूं पेदे नूं हत्थ पै जांदा, पर जे इकट्ठे होण किसे दी जुरत नहीं पैंदी। हो जाओ इकट्ठे वीरो। मैं भी तुहाडे वर्गा गनमाना जिहा सिख हां। डेरियां ने कुछ नहीं सवारना, वो रल चुके ने।
जिन्हां मसंदां कोल तुसीं जाने हो रल चुके ने सरकारे दरबारे, उन्हां कोल आउंदे आ, तुसीं उन्हां दे गुलाम आ, ਉਹ ਉਹਨਾਂ ਦੇ ਗੁਲਾਮ ਆ, ਤੁਸੀਂ ਗੁਲਾਮਾਂ ਦੇ ਗੁਲਾਮ ਆ। ਸਮਝੇ ਗੱਲ ਮੇਰੀ? ਜਿਨ੍ਹਾਂ ਦੇ ਕੋਲ ਅਸੀਂ ਜਾਂਦੇ ਨਾ, ਮਸੰਦਾਂ ਕੋਲ, ਡੇਰਿਆਂ 'ਚ ਜਾਂਦੇ ਆ ਨਾ, ਉਹ ਉਹਨਾਂ ਦੇ ਗੁਲਾਮ ਆ ਜਿਹੜੇ ਉਹਨਾਂ ਦੇ ਕੋਲ ਆਉਂਦੇ ਆ, ਤੇ ਜਿਹੜੇ ਉਹ ਆ ਉਹ ਉਹਦੇ ਬਾਹਮਣ ਦੇ ਗੁਲਾਮ ਆ ਜਿਹੜੇ ਪਾਰਲੀਮੈਂਟ 'ਚ ਬਹਿੰਦੇ ਆ। ਅਸੀਂ ਸਾਰਿਆਂ ਦੇ ਜਿਹੜੇ ਗੁਲਾਮਾਂ ਦੇ ਗੁਲਾਮ ਆ। ਸਿੱਖ ਨੂੰ ਕੋਈ ਗੁਲਾਮ ਨਹੀਂ ਕਰ ਸਕਦਾ। ਸਿੱਖ ਆਜ਼ਾਦ ਸੋਚ ਦਾ ਮਾਲਕ ਹੈ ਜੇ ਉਹ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਨੂੰ ਫੋਲੋ ਕਰੇ, ਨਿਯਮਾਂ ਨੂੰ ਫੋਲੋ ਕਰੇ। ਇਸ ਕਰਕੇ ਮੈਂ ਤੁਹਾਨੂੰ ਜ਼ੋਰ ਦਿੰਦਾ, ਮੈਂ ਵੀਰੋ ਮੇਰੀ ਮੰਨ ਲਓ, ਮੇਰੀ ਮੰਨ ਲਿਓ। ਆਪਣੇ ਭਰਾ ਦੀ ਹੱਥ ਜੋੜ ਕੇ ਬੇਨਤੀ ਕਰਦਾ, EVM ਮਸ਼ੀਨ ਦਾ ਬਾਈਕਾਟ ਕਰਿਓ, ਇਕੱਠੇ ਹੋ ਕੇ ਸੰਘਰਸ਼ ਕਰਿਓ ਕਿ ਅਸੀਂ EVM ਮਸ਼ੀਨ ਤੇ ਵੋਟ ਨਹੀਂ ਪਾਉਣੀ। ਨਹੀਂ, ਉਹਨਾਂ ਨੇ ਆਪਣੇ ਕਾਨੂੰਨ ਬਣਾ ਕੇ ਸਾਡੀ ਨੌਜਵਾਨੀ ਦਾ ਘਾਣ ਕਰਨਾ। ਜਿਹੜਾ ਉਹਨਾਂ ਨੇ ਇੱਕ ਤਾਂ ਤਸ਼ੱਦਦ ਕਰਦੇ ਆ, ਮਾਰਦੇ ਆ, ਰੇਪ ਕਰਦੇ ਆ, ਤੇ ਕਾਨੂੰਨ ਕੋਈ ਨਹੀਂ ਕਿ ਗਰੀਬ ਦੀ ਧੀ ਦੀ ਇੱਜ਼ਤ ਨਹੀਂ? ਜਿਹੜਾ ਗਰੀਬ ਆ ਉਹਦੀ ਇੱਜ਼ਤ ਨਹੀਂ? ਇਹ ਜਿਹੜੇ ਵਿਗੜੇ ਹੋਏ, ਜਿਹੜੀਆਂ ਆਪਣੇ ਆਪ ਨੂੰ ਬਹੁਤ ਸੂਰਮੇ ਗਿਣਦੇ ਆ ਨਾ, ਜਦੋਂ ਉਹਨਾਂ ਦੀਆਂ ਜਨਾਨੀਆਂ ਚੱਕ ਕੇ ਲਿਜਾਂਦੇ ਸੀਗੇ ਤਾਂ ਸਿੱਖਾਂ ਨੇ ਬਚਾਈਆਂ ਸੀ। ਅੱਜ ਉਹ ਉਹਨਾਂ ਤੇ ਜ਼ੁਲਮ ਕਰਦੇ ਆ, ਦਲਿਤਾਂ ਨੂੰ, ਤੇ ਆਪਣੇ ਜਿਹੜੇ ਲਤਾੜੇ ਹੋਏ ਲੋਕ ਆ, ਉਹ ਸੂਰਮੇ ਕਿੱਦਾਂ ਬਣ ਗਏ? ਉਹਨਾਂ ਕੋਲ ਪਾਵਰ ਹੈ। ਪਰ ਸਾਡੀ ਪਾਵਰ ਕੀ ਹੈ? ਏਕਤਾ। ਗੁਰੂ ਸਾਹਿਬ ਨੇ ਇੱਕ ਦੀ ਗੱਲ ਕੀਤੀ ਸੀ, ਇੱਕ ਹੋ ਜਾਓ। ਸਾਡਾ ਕਿਸੇ ਧਰਮ ਨਾਲ, ਕਿਸੇ ਮਜ਼ਹਬ ਨਾਲ ਕੋਈ ਵੈਰ ਨਹੀਂ। ਤੁਸੀਂ ਬਾਹਰਲੇ ਮੁਲਕਾਂ 'ਚ ਜਾਓ, ਤੁਹਾਨੂੰ ਕੋਈ ਪੁੱਛਦਾ ਉੱਥੇ ਨੌਕਰੀ ਕਰਦਿਆਂ ਨੂੰ ਤੂੰ ਕਿਹੜੀ ਜਾਤ ਦਾ ਆ? ਜਾਤ ਦਾ ਕੋਡ ਉੱਥੇ ਵੀ ਲੈ ਗਿਆ ਤੁਸੀਂ, ਉੱਥੇ ਵੀ ਗੁਰਦੁਆਰੇ ਬਣਾ ਲਏ ਆਪਣੇ ਆਪਣੇ। ਇਹ ਲਵਾਣਿਆਂ ਦਾ, ਜੱਟਾਂ ਦਾ, ਫਲਾਨਿਆਂ ਦਾ, ਧੌਣਕਿਆਂ ਦਾ। ਉਹ ਗੁਰੂ ਦਾ ਕਿਹੜਾ ਵੇ? ਲੜਾਈ ਕਾਹਦੀ? ਗੋਲਕਾਂ ਦੀ। ਇਹ ਤਾਂ ਬਿਜ਼ਨਸ ਵਾ, ਇਹ ਵਪਾਰ ਹੈ। ਪਰ ਸੱਚ ਜਿਹੜਾ ਹੁੰਦਾ ਨਾ, ਇਹ ਬਹੁਤ ਔਖਾ ਹੁੰਦਾ ਹੈ। ਕਹਿਣਾ ਵੀ, ਸੁਣਨਾ ਵੀ ਤੇ ਚੱਲਣਾ ਵੀ। ਆਖਣਾ ਔਖਾ, ਸੱਚਾ ਨਾਮ। ਪਰ ਜਿਨ੍ਹਾਂ ਨੂੰ ਭੁੱਖ ਲੱਗਦੀ ਮਾਰਾ ਕਹਿੰਦੇ ਸਾਚੇ ਨਾਮ ਕੀ ਲਾਗੇ ਭੂਖ, ਉਤ ਭੁੱਖ ਹੈ ਖਾਈ ਚਲੀਏ ਦੁੱਖ। ਮੈਂ ਅੱਜ ਪਹਿਲੀ ਵਾਰ ਲਾਈਵ ਹੋਇਆ ਆਪਣੇ ਭਰਾਵਾਂ ਨਾਲ। ਕਈ ਬੰਦੇ ਹੋਊਗੇ ਜਿਹੜੇ ਮੇਰੇ ਨਹੀਂ ਵਿਚਾਰਾਂ ਤੋਂ ਸਹਿਮਤ ਹੋਊਗੇ, ਪਰ ਉਹ ਕਿਸੇ ਤੋਂ ਨਾ ਪੁੱਛਣ, ਉਹ ਆਪਣੇ ਗੁਰੂ ਤੋਂ ਪੁੱਛਣ, ਉਹ ਬਾਬੇ ਨਾਨਕ ਤੋਂ ਪੁੱਛਣ, ਉਹ ਬਾਬੇ ਰਵਿਦਾਸ ਤੋਂ ਪੁੱਛਣ, ਉਹ ਮਰਦਾਨਾ ਜੀ ਤੋਂ ਪੁੱਛਣ। ਮਹਾਰਾਜ ਤੁਸੀਂ ਕੀ ਕੀਤਾ ਸੀ? ਆ ਤੁਸੀਂ ਬਾਹਮਣ ਨੂੰ ਇੰਨਾ ਕੁਛ ਕਹਿ ਗਏ, ਤੁਸੀਂ ਹਿੰਦੂ ਨੂੰ ਅੰਨਾ ਕਹਿ ਗਏ, ਇਹ ਕਿੱਦਾਂ? ਕਿਉਂਕਿ ਗੁਰੂ ਸਾਹਿਬ ਸਾਨੂੰ ਸੱਚ ਨਾਲ ਜੋੜ ਕੇ ਗਏ। ਜਿੰਨਾ ਚਿਰ ਅਸੀਂ ਇਕੱਠੇ ਨਹੀਂ ਹੁੰਦੇ, ਜਾ ਕੇ ਦੁਸ਼ਮਣ ਦੀ ਕੁਹਾੜੀ ਦੇ, ਜਾ ਕੇ ਦੁਸ਼ਮਣ ਦੇ ਕੁਹਾੜੀ ਦੇ ਤੁਸੀਂ ਦਸਤੇ ਬਣ ਗਏ ਨਾ, ਉਹਨੇ ਤੁਹਾਨੂੰ ਮਾਰਨਾ ਹੀ ਮਾਰਨਾ। ਤੁਸੀਂ ਬੋਧੀ ਹੋ ਜਾਓ, ਮੁਸਲਮਾਨ ਹੋ ਜਾਓ, ਸਿੱਖ ਹੋ ਜਾਓ, ਕੋਈ ਚੱਕਰ ਨਹੀਂ, ਪਰ ਹਿੰਦੂ ਧਰਮ ਨੂੰ ਛੱਡ ਦਿਓ। ਉਹ ਤੁਹਾਨੂੰ ਗੁਲਾਮ ਬਣਾਉਂਦਾ ਹੈ। ਜਿਹੜੀ ਵਰਨ ਵਿਵਸਥਾ ਆ ਨਾ, ਵਰਨ ਵਿਵਸਥਾ ਭਾਰਤ ਦੀ ਹਾਲਤ ਮੰਦੀ ਕਰ ਰਹੀ ਹੈ। ਜਿਹੜੀ ਊਚ ਨੀਚ, ਹੀਨ ਭਾਵਨਾ ਦਾ ਮਹਿਸੂਸ ਕਰਿਓ ਕਦੇ। ਜਿਹੜੇ ਅੱਪਰ ਕਾਸਟਾਂ ਆਪਣੇ ਆਪ ਨੂੰ ਸਮਝਦੇ ਨਾ, ਮੈਂ ਜੱਟਾਂ ਦੇ ਘਰ ਜਨਮ ਲੈ ਲਿਆ, ਤਾਂ ਤੁਹਾਡੇ 'ਚ ਹੋਰ ਖੂਨ ਨਹੀਂ। ਜੇ ਕਿਤੇ ਐਕਸੀਡੈਂਟ ਹੋ ਜਾਂਦਾ ਤਾਂ ਖੂਨ ਜਾ ਕੇ ਇੱਦਾਂ ਨਹੀਂ ਪੁੱਛਦੇ ਵੀ ਮੈਨੂੰ ਚਮਾਰ ਦਾ ਨਹੀਂ ਚਾਹੀਦਾ, ਜਲਾਹੇ ਦਾ ਨਹੀਂ ਚਾਹੀਦਾ, O ਪੋਜ਼ਿਟਿਵ ਚਾਹੀਦਾ, B ਪੋਜ਼ਿਟਿਵ ਮੰਗਦਾ। ਉਸ ਵੇਲੇ ਕਹਿੰਦੇ ਵੀ ਫਲਾਨੀ ਜਾਤ ਦਾ ਖੂਨ ਨਹੀਂ ਚਾਹੀਦਾ। ਉਹ ਉਸ ਅਕਾਲ ਪੁਰਖ ਨੇ ਫਰਕ ਨਹੀਂ ਕੀਤਾ, ਕਾਦਰ ਦੀ ਕੁਦਰਤ ਨੇ ਨਿਆਂ ਕੀਤਾ। ਅਸੀਂ ਉਸ ਤੋਂ ਵੀ ਉਲਟ ਹੋ ਗਏ। ਇਸ ਕਰਕੇ ਹੋ ਸਕਦਾ ਹੈ ਵੀ ਆਪਣੇ ਵੀਰਾਂ ਨੂੰ ਇੱਦਾਂ ਦੀਆਂ ਵਿਚਾਰਾਂ ਨਹੀਂ ਚੰਗੀਆਂ ਲੱਗਦੀਆਂ, ਕਿਉਂਕਿ ਸਾਡੀ ਖੁਰਾਕ ਨਹੀਂ ਹੈ। ਸੱਚ ਸੁਣਨਾ ਬਹੁਤ ਔਖਾ ਹੈ। ਜੇ ਸਿੱਖ ਅੱਜ ਵੀ ਆਪਣੇ ਗੁਰੂ ਦੇ ਸਿਧਾਂਤ ਨੂੰ ਫੋਲੋ ਕਰਨ, ਉਹਨਾਂ ਗਰੀਬਾਂ ਨੂੰ, ਉਹਨਾਂ ਨਿਤਾਣਿਆਂ ਨੂੰ, ਉਹਨਾਂ ਦੀ ਤਾਕਤਵਾਨ ਨੂੰ, ਉਹਨਾਂ ਦੇ ਨਾਲ ਖੜਨ, ਤਾਂ ਕਿਸੇ ਦੀ ਕੀ ਜ਼ਰੂਰਤ ਵਾ? ਕਿੱਦਾਂ ਕੋਈ ਛੱਡ ਜਾਊਗਾ ਸਿੱਖ ਧਰਮ? ਸਾਡੀਆਂ ਗਲਤੀਆਂ
पर हुण भी मैं कहना वीरो बहुत खुशी हुई जदों सिखां ने साथ दिता। पर दस्ते ना बणिओ, दस्ते ना बणिओ, दुश्मन दी मनु दी कुहाड़ी दे दस्ते ना बणिओ। सानू वड्ढना उन्हां ने, ये याद रखियो। गुरु साहब दे समय भी चंदुआं गंगूआं ने अग लाई। मुसलमान साडे वैरी नहीं सी। शेरशाह सूरी, हमाजू, बाबर वो भी गुरु साहब नूं शहीद कर सकते सी, पर जदों अग लाई चंदुआं ने फिर काम खराब होया। हुण भी चंदुआं गंगूआं नाल साडे बंदे रले हुआ गद्दार लोग। सोचो सिख धर्म नूं लोड़ वा गुरु गोबिंद सिंह दे पुत्तां दी, क्योंकि उन्होंने 4 पुत वारे सी। इन पुत्रन के शीस पर वार दिए चार मुए तो क्या हुआ जीवित कई हजार। साडे अंदर सोशल मीडिया उत्ते फेक आइडिया बना के एक दूजे नूं लड़ाया जा रहा है। की मिलूगा? कल नूं मर गया किसी ने पुछना नहीं। जे मैनू भी मंदा चंगा बोल दूंगे मैं तो किसी नूं भी नहीं कहना कुछ, क्योंकि मेरे गुरु नूं नहीं बख्शिया गया। जो मेरे गुरु ने जनेऊ दा इनकारी हो गया तो की उन्होंने बख्शिया गया होगा? जो मेरे गुरु ने काबे नूं कंडेम कर दिता तो मेरे गुरु नूं बख्शिया गया होगा? जगन्नाथ दे जाके आरती हथों फड़ लई तो की गल मेरे गुरु नूं बख्शिया गया होगा? उन्हां दीआं मानतावां नूं झंझोड़ के रख दिता। भूतना, बेताला, कोराइया बहुत कुछ कहा। गुरु साहबां नूं मंदे चंगे बोल झलने पे, पर उन्होंने सच का साथ नहीं छड्डिया। असी उस सिद्धांत दे सिख हां, मंदा नहीं बोलांगे। गुरु साहब ने सानू सबर सिखा लिया है। हो सकता है कि मेरे तो कई नहीं खुश होणगे, मैं पुजारीवाद के खिलाफ हाँ। सानू पुजारी नहीं बनाया सी, स्टूडेंट बनाया सी। असी सीखना सी ज्ञान, साडा गुरु ज्ञान है। इस करके वीरो मैं जिन्ने जोगा भी जिन्नी गुरु साहब ने सोझी बख्शी, मैं अपने भरावां नाल सांझ पाउण दी कोशिश की है। मैं पढ़ूंगा तुहाडे कमेंट, उन्हां चों सीखण दी कोशिश करूंगा। मेरे नालों ज़्यादा ज्ञान तुहानूं सारिआं नूं, पर ज्ञान का फायदा कदों हुंदा है? जदों अमल दे विच आ जावे। ये साडा देश वा, इस इत्थे साडे लोक वा। जित्थों दे बाबा जी कबीर जी सी वो लोकां नूं किहने याद कराउणा? जित्थों रविदास जी आए सी उन्हां लोकां नूं किहने याद कराउणा? जिस विदर चों पंजवां प्यारा साहिब सिंह आया उत्थों ओनूं किहने याद कराउणा? ये दसो मैनूं। इस करके अपनी सोच दा, अपनी बौद्धिकता नूं जरा उच्चे लैवल लैके जाओ। ठीक वा? ये लड़ाइयां जड़ियां आपां पाइयां आ, एक कास्ट दूजी नूं नहीं चलदी। एक काले गोरे दी लड़ाई कदे खत्म हो सकदी? साडी तां हो ही नहीं सकदी। वो उपर वाला थल्ले नूं पौडे जिद्दां बनाया हुआ ओनूं थल्ले वाले नूं दबाउंदा, ओहदे थल्ले नूं गुस्सा उपर वाले दा थल्ले वाले ते लाई जांदा। करा कौन रहा? वो मनुवादी सिस्टम जिहड़ा बैठा उपर। इस करके उन्होंने बंदे रखे हो, हर एक जगह रखे हो। अपने आप नूं बचा के चलो। तुहाडे कोई पावर वा इस वेले सोशल मीडिया। अपने भरावां नूं जोड़ो, जुड़ के संघर्ष करो, वो गोडियां ते आ सकदा है। EVM मशीन का त्याग कर दिओ मेरे वीरो। EVM मशीन नूं त्याग कर दिओ, नहीं तो तुहाडे आउण वाले बच्चों का भविष्य खतरे च आ। वो इदां दे कानून बनाऊगा कि तुसी कुछ भी नहीं कर सकते। किसी मुल्क च कोई इंटरफेयर नहीं कर सकता। ठीक है? जिन्हां मुल्कों से असीं मान करी बैठे हैं ना, उन्हां नाल रिलेशन वा। याद रखियो, सानू बचा सकता है तो संविधान बचा सकता है, कानून बचा सकता है। जदों सानू मारिया गया कानून तोड़ के मारिया गया, तो हुण भी वो कानून तोड़न की कोशिश कर रहे हैं। ठीक है जी? बाकी कोई गलती हो गई होवे, क्योंकि मैं तो आप सिखार्थी हाँ। मरदे दम तक सीखना है, रोज़ सीखीदा है। बच्चे को भी ज्ञान लईदा है, बड़े तो भी ज्ञान लईदा है। सीखण की कोशिश करी दी है, विचार करी दी है, क्योंकि सिक्ख्या गुर विचार। इस करके वीरो मैं बिल्कुल जानी कि निरोल गल करदा
ਮੇਰੇ ਸਾਰੇ ਹੀ ਭਰਾ ਆ, ਜਿਨ੍ਹਾਂ ਨੇ ਮੈਨੂੰ ਗਲਤ ਵੀ ਬੋਲਿਆ ਉਹ ਵੀ ਮੇਰੇ ਭਰਾ ਆ। ਕਿਉਂਕਿ ਜਦੋਂ ਨਾਰਾਜ਼ਗੀ ਹੁੰਦੀ ਹੈ ਸੋਚ ਰਲਦੀ ਨਹੀਂ, ਸਮਝ ਨਹੀਂ ਰਲਦੀ, ਉਹ ਖਿੱਚਦੇ ਆ। ਮੈਂ ਵੀ ਜਿਹੜੀ ਸੋਚ ਉਹ ਅੱਜ ਕਹਿ ਰਹੇ ਆ, ਕਿਉਂਕਿ ਮੈਂ ਵੀ ਲੜਦਾ ਸੀ 12-13 ਸਾਲ, ਕੁੱਟ ਵੀ ਖਾਧੀ, ਜੇਲ੍ਹ 'ਚ ਵੀ ਗਏ, ਹਾਸਲ ਕੁਝ ਵੀ ਨਹੀਂ ਹੁੰਦਾ। ਕਿਉਂਕਿ ਸਾਡੀ ਗਿਣਤੀ ਥੋੜ੍ਹੀ ਹੈ, ਸਾਡੇ ਨਾਲ ਤੁਰਦੇ ਹੀ ਨਹੀਂ। ਮੈਂ ਕਿੱਦਾਂ ਕਹਾਂ ਲੋਕਾਂ ਨੂੰ ਆਓ ਖਾਲਿਸਤਾਨ ਬਣਾਈਏ, ਉਹ ਕਹਿੰਦੇ ਕਿੱਥੇ ਆ। ਤਾਂ ਗਰੀਬਾਂ ਦੀ ਮਦਦ ਕੀਤੀ ਜਾਂਦੀ ਹੈ, ਐਡਾ ਦਾ ਹੋਣਾ ਚਾਹੀਦਾ। ਇਸ ਕਰਕੇ ਵੀਰੋ ਸਾਨੂੰ ਸੋਚ ਕੇ ਚੱਲਣਾ ਪੈਣਾ। ਉਹ ਤਿਆਰ ਖੜੇ ਆ ਸਾਨੂੰ ਮਾਰਨ ਲਈ, ਕਿਉਂਕਿ ਉਹਨਾਂ ਕੋਲ ਸਿਸਟਮ ਹੈਗਾ। ਪਹਿਲਾਂ ਸਿਸਟਮ ਨੂੰ ਆਪਣੇ ਕੋਲ ਹਾਸਲ ਕਰੀਏ, ਵਧੀਆ ਬੰਦਿਆਂ ਨੂੰ ਸਿਲੈਕਟ ਕਰੀਏ, ਗਰੀਬਾਂ ਦਾ ਨਿਮਾਣਿਆਂ ਨਤਾਣਿਆਂ ਦਾ ਸਾਥ ਦਈਏ। ਜੇ ਤੁਸੀਂ ਮੈਨੂੰ ਮਾੜਾ ਵੀ ਕਹਿ ਦੋਗੇ, ਮੈਨੂੰ ਮਾਰਨ ਤਾਂ ਪਹਿਲੇ ਕਿਹਾ ਕਿ ਹਮ ਨੇ ਚੰਗੇ ਬੁਰਾ ਨਹੀਂ ਕੋਏ। ਹੋ ਸਕਦਾ ਮੇਰੇ 'ਚ ਬਹੁਤ ਗਲਤੀਆਂ ਹੋਣ, ਪਰ ਮੈਂ ਗੁਰੂ ਦੇ ਸਿਧਾਂਤ ਨੂੰ ਦੱਸਣ ਦੀ ਕੋਸ਼ਿਸ਼ ਜੀ। ਬਾਕੀ ਨੈਟ ਦੀ ਥੋੜੀ ਪ੍ਰੋਬਲਮ ਹੈਗੀ ਆ ਵੀਰੋ, ਤੇ ਇਸ ਕਰਕੇ ਜਿੰਨੀਆਂ ਵੀ ਗੱਲਾਂ ਬਾਤਾਂ ਕਹੀਏ ਆਪਣੇ ਭਰਾਵਾਂ ਨਾਲ, ਤੇ ਆਪਾਂ ਜੋ ਇੱਥੇ ਗੱਲ ਕਹੀ ਹੈ ਉਹ ਪਬਲਿਕ 'ਚ ਕਹੀ ਦੀ ਆ। ਤੇ ਬਹੁਤਾ ਆਲਾ ਦੁਆਲਾ ਦੇਖੀਦਾ ਨਹੀਂ ਕਿ ਆਪਣੇ ਨਾਲ ਖੜਾ ਕੌਣ ਹੈ। ਕਿ ਗੁਰੂ ਸਾਹਿਬ ਨੇ ਕਿਹਾ ਸੀ ਜਿੱਲੇ ਵੀ ਤੁਰਨਾ ਹੈ ਨਾ ਤੇ ਬੁਲਾ ਕੇ ਤੁਰਨਾ ਹੈ। ਬਾਕੀ ਗੁਰੂ ਸਾਹਿਬ ਕਿਰਪਾ ਕਰਨ ਕਿ ਸਾਨੂੰ ਭਰਾਵਾਂ ਨੂੰ ਇਕੱਠੇ ਕਰ ਦੇਵੇ, ਇਹ ਸਾਰੇ ਇਕੱਠੇ ਹੋ ਕੇ ਲੜੀਏ। ਤੇ ਜਿਹੜੇ ਹੈ ਨਾ ਹੰਕਾਰੀ ਲੋਕ, ਉਹ ਕਾਨੂੰਨ ਖਤਮ ਕਰਨਾ ਚਾਹੁੰਦੇ ਆ, ਜਿਹੜੇ ਜ਼ੁਲਮ ਕਰਦੇ ਆ ਦਲਿਤਾਂ ਦੇ ਉੱਤੇ, ਨੀਵੀਆਂ ਜਾਤਾਂ ਦੇ ਉੱਤੇ, ਕਹਿੰਦੇ ਆ ਨਾ ਯੂਪੀ 'ਚ ਬਹੁਤ ਜ਼ੁਲਮ ਹੁੰਦਾ, ਉਹ ਕਾਨੂੰਨ ਬੰਦ ਕਰਨਾ ਚਾਹੁੰਦੇ ਵੀ ਉਹ ਅਪੀਲ ਦਲੀਲ ਵੀ ਨਾ ਕਰ ਸਕਣ। ਇੱਦਾਂ ਦੇ ਕਾਨੂੰਨ ਪੰਜਾਬ 'ਚ ਵੀ ਬਣ ਜਾਣੇ ਆ। ਫਿਰ ਕੀ ਕਰਾਂਗੇ, ਕਿੱਥੋਂ ਸਾਥ ਮੰਗਾਂਗੇ। ਸਾਥ ਦਈਏ ਤੇ ਦਸਤੇ ਨਾ ਬਣੀਏ। ਤੇ ਇੰਨੀ ਕੁ ਬੇਨਤੀ ਪ੍ਰਵਾਨ ਕਰਿਓ। ਫਿਰ ਕਿਤੇ ਤੁਸੀਂ ਚਾਹੋਗੇ ਤਾਂ ਜ਼ਰੂਰ ਲਾਈਵ ਹੋਊਗਾ। ਬਾਕੀ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।